इस फैसले का SGPC ने तो श्रोमणी अकाली दल बादल ने सख्त विरोध किया। गुरु घरां दे विच अलग अलग मर्यादा चल रही है, चाहे वो श्रोमणी कमेटी के अंडर भी है, उत्ते कंट्रोल ही है नहीं। बाकी गल ये जिम्मेवारी आप ही है, क्योंकि आप बादल सरकार बादलों ने इत्थे मोहरे किया, बादल ही इस पास जिम्मेवार ने, क्योंकि उन्होंने कोई सही वंड नहीं की जिथे चढ़ावा नहीं प्यारा सिंह जी, सिर्फ बादलों को ब्लेम करना सही नहीं। आप कहिए बादलों को आप हर चीज़ लिए ब्लेम कर दिए, ठीक है, पिछले कुछ सालों तो पिछले 10-20 सालों तो कंट्रोल उन्होंने थले आ, लेकिन उस तो पहलों की होंदा रहा वा जो वंड हुई आ, पंजाब की वंड हुई आ, 1966 की वंड हुई आ, उदों तो बादलों का कंट्रोल नहीं सी ना। 1925 ਇਹ ਤਾਂ ਨਹੀਂ ਲਿਖਿਆ ਗਿਆ ਸੀ ਕਿ 11 ਸਾਲ ਇਲੈਕਸ਼ਨ ਨਾ ਕਰਾਓ ਤੇ ਕੋਈ ਪੁਰਾਣੇ ਬੰਦੇ ਚੁੱਕ ਕੇ ਆ ਜਾਓ, ਕੋਈ 1925 'ਚ ਇਹ ਤਾਂ ਨਹੀਂ ਲਿਖੀ ਗਈ ਸੀ ਚੀਜ਼। ਜਦ ਉਹ ਤੁਹਾਡੀ ਇਲੈਕਸ਼ਨ ਹੀ ਨਹੀਂ ਹੋਣੀ, ਜੇ ਮੈਂਬਰ ਹੀ ਨਹੀਂ ਚੁਣੇ ਜਾਣੇ ਉਹਨਾਂ ਨੇ ਆਪਣੇ, ਕਿਉਂਕਿ ਬਾਦਲ ਸਾਹਿਬ ਦੇ ਰਿਲੇਸ਼ਨ ਸੈਂਟਰ ਨਾਲ ਬਹੁਤ ਅੱਛੇ ਨੇ, ਉਹ ਇਲੈਕਸ਼ਨ ਨਹੀਂ ਹੋਣ ਦਿੰਦੇ ਪਏ। ਆਪਣਾ ਹਰਿਆਣਾ ਗਵਰਨਮੈਂਟ ਦੇ ਗੁਰਦੁਆਰਿਆਂ ਦੀ ਤੁਸੀਂ ਵੇਖਿਆ ਸੇਵਾ ਹੀ ਨਹੀਂ ਹੁੰਦੀ, ਸਿਰਫ ਤਨਖਾਹਾਂ ਦੇ ਕੇ ਸਾਰੇ ਪੈਸੇ ਚੁੱਕ ਕੇ ਲਿਆਉਂਦੇ। ਇਹਨਾਂ ਦੇ ਨੱਖ ਦੇ ਦੇਖੋ ਨਾ ਕੀ ਹੁੰਦਾ, ਜੇ ਹੋਟਲ ਨੇ ਨਾ ਲਵੇ ਉੱਥੇ 2 ਨੰਬਰ ਦਾ ਕੰਮ ਚੱਲਦੇ ਨੇ। ਜੇ ਹੋਟਲ ਨੇ ਨਾ ਅਕਾਲ ਤਖਤ ਦੇ ਆਪਣੇ ਗੁਰਦੁਆਰੇ ਕੋਲੇ ਖੋਲੇ ਲੋਕਾਂ ਦੇ, ਉੱਥੇ ਗਲਤ ਕੰਮ ਚੱਲਦੇ ਨੇ, ਉਹ ਦੀਆਂ ਨਹੀਂ ਕਿਤੇ। ਅਕਾਲੀਆਂ ਨੇ ਜਿੰਨਾ ਨੁਕਸਾਨ ਸਾਡੇ ਧੀਆਂ ਭੈਣਾਂ ਦਾ ਜਾਂ ਜਵਾਕ ਮਰਵਾਏ ਆ, ਇਦੋਂ ਕੋਈ ਬੰਦਾ ਵੀ ਨਹੀਂ ਕਰਦਾ ਤਾਂ ਜਿਹੜਾ ਇਹਨਾਂ ਨੇ ਸਾਡੀ ਕੌਮ ਨਾਲ ਕਰਾਇਆ। ਸਿੱਖਾਂ ਦੀ ਸਾਰੇ ਭਾਰਤ ਦੇ ਗੁਰਦੁਆਰਿਆਂ ਤੇ ਐਕਟ ਦੀ ਮੰਗ ਨੂੰ ਤਾਂ ਕੀ ਮੰਨਣਾ ਸੀ, 1925 ਦੇ ਗੁਰਦੁਆਰਾ ਐਕਟ ਨੂੰ ਵੀ ਖਤਮ ਕਰ ਦਿੱਤਾ। ਆਲ ਇੰਡੀਆ ਐਕਟ ਤੇ ਕਾਨੂੰਨ ਬਣਾਉਣ ਦਾ ਰਾਜ ਸਰਕਾਰਾਂ ਕੋਲ ਕੋਈ ਅਧਿਕਾਰ ਨਹੀਂ। नमस्कार, अस्सलाम वालेकुम, सत श्री अकाल। मैं हाँ कंवर संधू। इस वेले नॉर्थ अमेरिका है वीरवार की शाम, भारत च शुक्रवार की सवेर, नानकशाही संमत 554 अस्सू की अज 14 तरीक है और तुसी देख रहे जे हैलो ग्लोबल पंजाब, जो ग्लोबल पंजाब TV ते चैनल पंजाबी ते इस वेले लाइव टैलीकास्ट है। ये शो ग्लोबल पंजाब के फेसबुक पेज के उपर भी इस वेले लाइव है। इनू मेरे निजी फेसबुक पेज के उपर क्रॉस पोस्ट भी किया जा रहा वा। तुसी इस शो ਨੂੰ OTT प्लेटफॉर्म Jio TV ਤੇ डेली हंट ਤੇ ਵੀ ਦੇਖ ਸਕਦੇ ਜੇ। ਇਹਨਾਂ ਐਪਸ ਨੂੰ ਡਾਊਨਲੋਡ ਕਰਨਾ ਹੋ ਇਹ ਪ੍ਰੋਗਰਾਮ ਦੇਖਣ ਵਾਸਤੇ। ਅੱਜ ਆਪਾਂ ਹੈਲੋ ਗਲੋਬਲ ਪੰਜਾਬ ਦੇ ਵਿੱਚ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਬਾਰੇ ਫੈਸਲੇ ਦਾ। ਇਹਦੇ ਬਾਰੇ ਚਰਚਾ ਕਰਾਂਗੇ। 19 ਸਤੰਬਰ ਨੂੰ ਸੁਪਰੀਮ ਕੋਰਟ ਨੇ ਇੱਕ ਬਹੁਤ ਅਹਿਮ ਫੈਸਲਾ ਸੁਣਾਇਆ, ਜਿਹਦਾ ਸਿੱਖ ਸਿਆਸਤ ਦੇ ਉੱਤੇ ਗਹਿਰਾ ਅਸਰ, ਡੂੰਘਾ ਅਸਰ ਜਿਹੜਾ ਵਾ ਉਹ ਪੈ ਸਕਦਾ ਵਾ। ਇਸ ਤੋਂ ਪਹਿਲਾਂ 2014 ਦੇ ਵਿੱਚ ਜਿਸ ਵੇਲੇ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਸੀ, ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੀ, ਉਸ ਵੇਲੇ ਵਿਧਾਨ ਸਭਾ ਦੇ ਵਿੱਚ ਹਰਿਆਣਾ ਵਿਧਾਨ ਸਭਾ 'ਚ ਇੱਕ ਬਿੱਲ ਪਾਸ ਕੀਤਾ ਗਿਆ, ਜਿਹਦੇ ਤਹਿਤ ਇੱਕ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ ਕੀਤੀ ਗਈ। ਇਹਦੇ ਹੇਠ ਜਿਹੜੇ 52 ਇਤਿਹਾਸਿਕ ਗੁਰਦੁਆਰੇ ਹੈ ਹਰਿਆਣਾ ਦੇ ਵਿੱਚ, ਉਹਨਾਂ ਦੀ ਦੇਖ ਰੇਖ ਹੋਣੀ ਹੈ। ਇਸ ਤੋਂ ਪਹਿਲਾਂ ਇਹ 52 ਇਤਿਹਾਸਿਕ ਗੁਰਦੁਆਰਿਆਂ ਦੀ ਹਰਿਆਣਾ ਦੇ ਵਿੱਚ ਦੇਖ ਰੇਖ SGPC ਕਰਦੀ ਸੀ। ਇਸ ਫੈਸਲੇ ਦਾ SGPC ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਖਤ ਵਿਰੋਧ ਕੀਤਾ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਇਹਦੇ ਖਿਲਾਫ ਦਾਇਰ ਕੀਤੀ ਔਰ ਉਹਦਾ ਫੈਸਲਾ 19 ਸਤੰਬਰ ਨੂੰ ਆਇਆ ਵਾ। ਸੁਪਰੀਮ ਕੋਰਟ ਨੇ ਕਿਹਾ ਵਾ ਕਿ ਜੋ ਹਰਿਆਣਾ ਸਰਕਾਰ ਨੇ ਕੀਤਾ ਉਹ ਸਹੀ ਸੀ ਔਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਖਰੀ ਕਮੇਟੀ ਬਣ ਸਕਦੀ ਹੈ ਔਰ ਹਰਿਆਣਾ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਕੰਟਰੋਲ ਹਰਿਆਣਾ ਜਿਹੜੀ ਸੰਸਥਾ ਵਾ ਉਹਦੇ ਥੱਲੇ ਹੀ ਹੋਣਾ ਚਾਹੀਦਾ ਵਾ। ਇਸ ਉੱਪਰ ਹਰਿਆਣਾ ਦੇ ਕੁਝ ਸਿੱਖ ਲੀਡਰ ਜਿਹੜੇ ਨੇ ਉਹ ਬਹੁਤ ਖੁਸ਼ ਨੇ, ਉਹ ਇਹਦਾ ਸਵਾਗਤ ਕਰ ਰਹੇ ਆ, ਲੇਕਿਨ SGPC, ਸ਼੍ਰੋਮਣੀ ਅਕਾਲੀ ਦਲ ਔਰ ਬਹੁਤ ਸਾਰੇ ਸਿੱਖ ਵਿਦਵਾਨ ਸ਼ੁਭਚਿੰਤਕ ਜਿਹੜੇ ਨੇ ਉਹ ਇਹਦੇ ਬਾਰੇ ਇਹਦਾ ਵਿਰੋਧ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਆ ਔਰ ਉਹਨਾਂ ਦਾ ਕਹਿਣਾ ਵਾ ਕਿ ਇੱਕ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦੀ ਲੋੜ ਆ ਤਾਂ ਕਿ ਸਾਰੇ ਮੁਲਕ ਦੇ ਇਤਿਹਾਸਿਕ ਗੁਰਦੁਆਰੇ ਇਸ ਐਕਟ ਦੇ ਅਧੀਨ ਇੱਕ ਸੰਸਥਾ ਦੇ ਥੱਲੇ ਚੱਲ ਸਕਣ। ਉਹਨਾਂ ਦੀ ਦੇਖ ਰੇਖ ਇੱਕੋ ਤਰੀਕੇ ਨਾਲ ਉਹਨਾਂ ਦੀ ਦੇਖ ਰੇਖ ਜਿਹੜੀ ਆ ਉਹ ਹੋ ਸਕੇ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਦਾ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਬਾਰੇ ਫੈਸਲਾ ਵਾ ਉਹਦਾ ਸਿੱਖ ਸਿਆਸਤ ਉੱਤੇ ਕੀ ਅਸਰ ਪੈ ਸਕਦਾ ਵਾ। ਕੀ ਵੱਖਰੀ ਹਰਿਆਣਾ ਕਮੇਟੀ
ਜਾਂ ਆਪਣੀਆਂ ਆਪਣੀਆਂ ਸਟੇਟਾਂ ਦੀਆਂ ਕਮੇਟੀਆਂ ਵੱਖਰੀਆਂ ਹੋਣੀਆਂ ਚਾਹੀਦੀਆਂ, ਜਾਂ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਹੋਣੀ ਚਾਹੀਦੀ ਆ, ਇੱਕ ਆਲ ਇੰਡੀਆ ਬਾਡੀ ਹੋਣੀ ਚਾਹੀਦੀ ਆ, ਉਹਦੇ ਥੱਲੇ ਫਿਰ ਸਬ ਬਾਡੀਜ਼ ਸਬ ਕਮੇਟੀਜ਼ ਬਣਨ ਵੱਖਰੇ ਵੱਖਰੇ ਸਟੇਟਾਂ ਵਾਸਤੇ। ਇਹਦੇ 'ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਮੈਂ ਇਹ ਦੱਸਣਾ ਚਾਹੁੰਦਾ ਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਪੁਰਾਣੀ ਸੰਸਥਾ ਵਾ। 1922 ਦੇ ਵਿੱਚ ਇਹ ਹੋਂਦ 'ਚ ਆਈ ਸੀ, ਬੜੀ ਜਦੋਜਹਿਦ ਦੇ ਬਾਅਦ ਇਹ ਹੋਂਦ ਦੇ ਵਿੱਚ ਆਈ ਸੀ। ਉਸ ਤੋਂ ਬਾਅਦ 1925 'ਚ ਸਿੱਖ ਗੁਰਦੁਆਰਾ ਐਕਟ ਬਣਿਆ ਔਰ ਉਹਦੇ ਤਹਿਤ SGPC ਦੀਆਂ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਉਹ ਇਹਦੇ ਕੰਟਰੋਲ ਥੱਲੇ ਨੇ। ਪੰਜਾਬ ਦੇ ਵਿੱਚ ਉਦੋਂ ਪੰਜਾਬ ਇਕੱਠਾ ਹੀ ਸੀ, ਹੌਲੀ ਹੌਲੀ ਫਿਰ ਪੰਜਾਬ ਵੰਡਿਆ ਗਿਆ। ਪਹਿਲਾਂ 1947 ਦੇ ਵਿੱਚ 70-80 ਜਿਹੜੇ ਇਤਿਹਾਸਿਕ ਗੁਰਦੁਆਰੇ ਸੀ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ। 1966 ਦੇ ਵਿੱਚ ਫਿਰ ਵੰਡ ਹੋਈ, ਹਰਿਆਣਾ ਹਿਮਾਚਲ ਅੱਡ ਹੋਇਆ। ਲੇਕਿਨ ਜਿਹੜੇ ਉੱਥੋਂ ਦੇ ਗੁਰਦੁਆਰਿਆਂ ਦਾ ਕੰਟਰੋਲ ਸੀ, ਇਤਿਹਾਸਿਕ ਗੁਰਦੁਆਰਿਆਂ ਦਾ ਕੰਟਰੋਲ, ਉਹ SGPC ਦੇ ਥੱਲੇ ਹੀ ਸੀ। ਲੇਕਿਨ ਹੁਣ 2014 ਜਦੋਂ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਔਰ ਇਸ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹਰਿਆਣਾ ਦੇ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਵਾ ਉਹ ਵੱਖਰੀ ਕਮੇਟੀ ਹਰਿਆਣਾ ਕਮੇਟੀ ਦੇ ਥੱਲੇ ਹੋਵੇਗਾ। ਹੋ ਸਕਦਾ ਇਸ ਤੋਂ ਬਾਅਦ ਹਿਮਾਚਲ, ਚੰਡੀਗੜ੍ਹ, ਉੱਥੇ ਵੀ ਮੰਗ ਉੱਠੇ ਕਿ ਉੱਥੋਂ ਦੇ ਗੁਰਦੁਆਰੇ ਵੀ ਵੱਖਰੀਆਂ ਕਮੇਟੀਆਂ ਥੱਲੇ ਹੋਣੇ ਚਾਹੀਦੇ ਆ। ਆਲਰੇਡੀ ਦਿੱਲੀ ਦੀ ਵੱਖਰੀ ਕਮੇਟੀ ਹੈ, ਜੰਮੂ ਐਂਡ ਕਸ਼ਮੀਰ ਦੀ ਵੱਖਰੀ ਕਮੇਟੀ ਆ ਔਰ ਤਖਤ ਹਜ਼ੂਰ ਸਾਹਿਬ, ਤਖਤ ਪਟਨਾ ਸਾਹਿਬ ਦੀਆਂ ਵੱਖਰੀਆਂ ਕਮੇਟੀਆਂ ਨੇ। ਸੋ ਅੱਜ ਦੋ ਮਸਲਿਆਂ ਦੇ ਉੱਤੇ ਆਪਾਂ ਵਿਚਾਰ ਕਰਨਾ ਵਾ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਨੀ ਚਾਹੀਦੀ ਹੈ, ਇੱਕ ਬਾਡੀ ਥੱਲੇ ਸਬ ਕਮੇਟੀਜ਼, ਇਹ ਸਹੀ ਰਸਤਾ ਵਾ ਅੱਗੇ ਤੁਰਨ ਦਾ, ਜਾਂ ਫਿਰ ਹਰ ਸਟੇਟ ਦੀ ਆਪਣੀ ਆਪਣੀ ਕਮੇਟੀ ਹੋਵੇ ਔਰ ਜੇ ਵੱਖਰੀ ਆਪਣੀ ਆਪਣੀ ਕਮੇਟੀ ਹੋਊਗੀ ਤਾਂ ਇਹਦਾ ਮਤਲਬ ਹੈ SGPC ਦਾ ਕੰਟਰੋਲ ਸਿਰਫ ਪੰਜਾਬ ਤੱਕ ਹੀ ਸੀਮਤ ਰਹੇਗਾ। ਉਹਦਾ ਵੀ ਫਿਰ ਦੁਬਾਰਾ ਤੋਂ ਉਹਦਾ ਗਠਨ ਕਰਨਾ ਪੈਣਾ, ਕਿਉਂਕਿ ਫਿਰ ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹ ਗੁਰਦੁਆਰੇ ਉਹਦੇ 'ਚੋਂ ਬਾਹਰ ਹੋਣਗੇ। ਮੈਂ ਫਿਰ ਦੱਸ ਦੇਵਾਂ ਕਿ ਇਹ ਸਿਰਫ ਇਤਿਹਾਸਿਕ ਗੁਰਦੁਆਰੇ ਦੀ ਆਪਾਂ ਗੱਲ ਕਰ ਰਹੇ ਹਾਂ, ਸਾਰੇ ਗੁਰਦੁਆਰੇ ਨਹੀਂ। ਪਿੰਡਾਂ ਦੇ ਵਿੱਚ ਇੰਡੀਵਿਜੂਅਲ ਗੁਰਦੁਆਰੇ ਜਿਹੜੇ ਨੇ ਉਹ ਪੰਚਾਇਤਾਂ ਜਾਂ ਪਿੰਡਾਂ ਦੀਆਂ ਕਮੇਟੀਆਂ ਥੱਲੇ ਚੱਲ ਰਹੇ। ਆਲ ਇੰਡੀਆ ਕਮੇਟੀ, ਆਲ ਇੰਡੀਆ ਐਕਟ ਦੀ ਆਪਾਂ ਗੱਲ ਕਰ ਰਹੇ ਹਾਂ। ਆਲ ਇੰਡੀਆ ਐਕਟ ਬਾਰੇ ਕੋਸ਼ਿਸ਼ਾਂ ਕਈ ਵਾਰ ਹੋਈਆਂ, ਕਈ ਡਰਾਫਟ ਬਣੇ, ਲੇਕਿਨ ਉਹਦੇ 'ਤੇ ਕੋਈ ਫੈਸਲਾ ਫਾਈਨਲੀ ਨਹੀਂ ਸੋਚ ਸਕਿਆ। ਮੈਂ ਆਪਣਾ ਵੀ ਵਿਊ ਇਹਦੇ 'ਤੇ ਜ਼ਰੂਰ ਦੇਣ ਦੀ ਕੋਸ਼ਿਸ਼ ਕਰੂੰਗਾ। ਪਰ ਅੱਜ ਇੱਕ ਬਹੁਤ ਅਹਿਮ ਡਿਵੈਲਪਮੈਂਟ ਹੋਰ ਹੋਣ ਜਾ ਰਹੀ ਆ। SGPC ਨੇ ਜਨਰਲ ਹਾਊਸ ਸੱਦਿਆ ਵਾ ਜਿੱਥੇ ਇਸ ਮਸਲੇ ਨੂੰ ਵਿਚਾਰਿਆ ਜਾਣਾ ਵਾ। SGPC ਨੇ ਇੱਕ ਰੈਜ਼ੋਲੂਸ਼ਨ ਅੱਗੇ ਹੀ ਪਾਸ ਕੀਤੀ ਆ ਕਿ ਕੇਂਦਰ, ਕਿਉਂਕਿ SGPC ਇਸ ਵੇਲੇ ਇੰਟਰ ਸਟੇਟ ਕਾਰਪੋਰੇਟ ਬਾਡੀ ਆ, ਸੈਂਟਰਲ ਕੰਟਰੋਲ ਹੈ ਇਹਦੇ ਉੱਪਰ, ਔਰ ਇਹ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਸੈਂਟਰਲ ਸਰਕਾਰ ਨੂੰ ਪਾਉਣੀ ਚਾਹੀਦੀ ਹੈ। ਕੁਝ ਸਿੱਖ ਵਿਦਵਾਨਾਂ ਦਾ ਇਹ ਵੀ ਕਹਿਣਾ ਵਾ ਕਿ ਹੁਣ ਇੱਕ ਮੌਕਾ ਵਾ ਸੈਂਟਰਲ ਕੰਟਰੋਲ ਹਟਾ ਕੇ ਆਪਣੇ ਆਪਣੇ ਸਟੇਟਾਂ ਦਾ ਕੰਟਰੋਲ ਹੋਵੇ ਔਰ SGPC ਦੇ ਉੱਤੇ SGPC ਇੱਕ ਸਿਰਫ ਪੰਜਾਬ ਦੀ ਇੱਕ ਵੱਖਰੀ ਬਾਡੀ ਬਣੇ ਔਰ ਪੰਜਾਬ ਸਰਕਾਰ ਦੇ ਇੱਕ ਨਵੀਂ ਐਕਟ ਬਣਾਈ ਜਾਵੇ ਤਾਂ ਕਿ ਇਹ ਸੈਂਟਰਲ ਕੰਟਰੋਲ ਨਹੀਂ, ਪੰਜਾਬ ਦਾ ਆਪਣਾ ਇੱਕ ਇਹਦਾ ਕੰਟਰੋਲ ਹੋਵੇ। ਅੱਜ ਫਿਰ ਮੈਂ ਦੱਸ ਦੇਵਾਂ, ਮਸਲਾ ਹੈ ਸੁਪਰੀਮ ਕੋਰਟ ਦਾ ਹਰਿਆਣਾ ਗੁਰਦੁਆਰਾ ਕਮੇਟੀ ਬਾਰੇ ਫੈਸਲਾ ਜਿਹੜਾ ਵਾ ਉਹਦਾ ਸਿੱਖ ਸਿਆਸਤ 'ਤੇ ਕੀ ਅਸਰ ਪਵੇਗਾ। ਦੇਖਦੇ ਹਾਂ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਸੰਧੂ ਸਾਹਿਬ, ਜੋ ਕੁਝ ਹੋਇਆ ਇਹ ਬਹੁਤ ਬੁਰਾ ਹੋਇਆ ਹੈ। ਇਹ ਵੀ ਲੱਗਦਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਸੁਪਰੀਮ ਕੋਰਟ ਦਾ ਫੈਸਲਾ ਹੈ। ਜਿੱਦਾਂ ਇਹ ਗੱਲ ਕਹੀ ਆਮ ਵੀ ਕਹੀ ਜਾਂਦੀ ਹੈ ਕਿ ਥੱਲੇ ਕੋਰਟਾਂ ਤਾਂ ਸਹੀ ਫੈਸਲਾ ਕਰਦੇ, ਉੱਪਰਲੇ ਕੋਰਟਾਂ ਵਿੱਚ ਸਿਆਸਤ ਚੱਲਦੀ ਹੈ, ਜਿਹਦੇ ਆਪਾਂ ਬਹੁਤ ਹੀ ਉਦਾਹਰਨ ਦੇ ਸਕਦੇ ਹਾਂ। ਬਹੁਤ ਲੰਬਾ ਟਾਈਮ ਲੱਗ ਜਾਊਗਾ। ਉਸ ਤੋਂ ਉਪਰੰਤ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਆਲ ਇੰਡੀਆ ਐਕਟ ਬਣਨਾ ਚਾਹੀਦਾ, ਬਣਨਾ ਇੱਦਾਂ ਚਾਹੀਦਾ ਹੈ ਤਾਂ ਕਿ ਪੂਰੇ ਸਿਸਟਮ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੋਵੇ। ਹੁਣ ਦੇਖ ਲਓ ਆਪਣੇ ਗੁਰੂ ਘਰਾਂ ਦੇ ਵਿੱਚ ਅਲੱਗ-ਅਲੱਗ ਮਰਿਆਦਾ ਚੱਲ ਰਹੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਵੀ ਹੈ, ਉੱਥੇ ਕੰਟਰੋਲ ਹੀ ਹੈ ਨਹੀਂ। ਬਾਕੀ ਗੱਲ ਇਹਦੇ ਵਿੱਚ ਜ਼ਿੰਮੇਵਾਰੀ ਆਪਾਂ ਹੀ ਆ, ਕਿਉਂਕਿ ਆਪਾਂ ਬਾਦਲ ਸਰਕਾਰ, ਬਾਦਲਾਂ ਨੂੰ ਇੱਥੇ ਮੋਹਰੇ ਕੀਤਾ, ਬਾਦਲ ਹੀ ਇੱਕ ਪਾਸੇ ਜ਼ਿੰਮੇਵਾਰ ਨੇ, ਕਿਉਂਕਿ ਉਹਨਾਂ ਨੇ ਕੋਈ ਸਹੀ ਵੰਡ ਨਹੀਂ ਕੀਤੀ। ਜੇ ਜਿੱਥੇ ਚੜਾਵਾਂ ਦਾ ਨਹੀਂ ਪਿਆਰਾ ਸਿੰਘ ਜੀ, ਸਿਰਫ ਬਾਦਲਾਂ ਨੂੰ ਬਲੇਮ ਕਰਨਾ ਸਹੀ ਨਹੀਂ। ਇਹ SGPC 100 ਸਾਲ ਪੁਰਾਣੀ ਬਾਡੀ ਹੈ ਔਰ ਗੁਰਦੁਆਰਿਆਂ ਦਾ ਕੰਟਰੋਲ SGPC ਥੱਲੇ ਆ ਔਰ ਆਲਮੋਸਟ 100 ਸਾਲ ਤੋਂ SGPC ਥੱਲੇ ਇਹਨਾਂ ਦਾ ਕੰਟਰੋਲ ਹੈ। ਆਪਾਂ ਕਹੀਏ ਬਾਦਲਾਂ ਨੂੰ ਆਪਾਂ ਹਰ ਚੀਜ਼ ਲਈ ਬਲੇਮ ਕਰ ਦਈਏ, ਠੀਕ ਹੈ, ਪਿਛਲੇ ਕੁਝ ਸਾਲਾਂ ਤੋਂ, ਪਿਛਲੇ 10-20 ਸਾਲਾਂ ਤੋਂ ਕੰਟਰੋਲ ਉਹਨਾਂ ਦੇ ਥੱਲੇ ਆ। ਲੇਕਿਨ ਉਸ ਤੋਂ ਪਹਿਲਾਂ ਕੀ ਹੁੰਦਾ ਰਿਹਾ ਵਾ, ਜਦੋਂ ਵੰਡ ਹੋਈ ਆ, ਪੰਜਾਬ ਦੀ ਵੰਡ ਹੋਈ ਆ, 1966 ਦੀ ਵੰਡ ਹੋਈ ਆ, ਉਦੋਂ ਤੇ ਬਾਦਲਾਂ ਦਾ ਕੰਟਰੋਲ ਨਹੀਂ ਸੀ ਨਾ। ਠੀਕ ਹੈ ਜੀ, ਠੀਕ, ਮਿਹਰਬਾਨੀ, ਥੈਂਕ ਯੂ ਪਿਆਰਾ ਸਿੰਘ ਜੀ। ਆਲ ਇੰਡੀਆ ਗੁਰਦੁਆਰਾ ਐਕਟ ਹੋਣੀ ਚਾਹੀਦੀ ਆ ਔਰ ਇਹ ਜੋ ਹੋਇਆ ਇਹ ਚੰਗਾ ਨਹੀਂ ਹੋਇਆ, ਇਹ ਪਿਆਰਾ ਸਿੰਘ ਦਾ ਵਿਚਾਰ ਹੈ। ਖੈਰ ਉਹਨਾਂ ਦਾ ਇੱਕ ਵੱਖਰਾ ਵਿਚਾਰ ਸੀ ਵੀ ਇਹ ਸਾਰੇ ਵਾਸਤੇ ਬਾਦਲ ਪਰਿਵਾਰ ਜ਼ਿੰਮੇਵਾਰ ਆ, ਉਹਦੇ ਬਾਰੇ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ। ਖੈਰ ਬੇਅੰਤ ਸਰਪੰਚ ਔਰ ਲਖਵੀਰ ਸਿੰਘ ਔਰ ਇੰਦਰਜੀਤ ਸਿੰਘ ਉਮਰਪੁਰੀ ਵੀ ਸਾਡੇ ਨਾਲ ਜੁੜੇ ਨੇ। ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਜਿਹੜਾ ਵਾ
ਉਹ ਤੁਹਾਡੀ ਸਕਰੀਨ ਦੇ ਉੱਪਰ ਹੈ। ਉਹ ਕਹਿ ਰਹੇ ਨੇ ਸਿੱਖ ਸਿਆਸਤ ਵਿੱਚ ਹਰ ਪੱਧਰ ਤੇ ਦਖਲਅੰਦਾਜ਼ੀ ਹੋਵੇਗੀ ਅਤੇ ਸਿੱਖਾਂ ਦੀ ਰਹਿਤ ਮਰਿਆਦਾ ਤੇ ਪਰੰਪਰਾਵਾਂ ਵਿੱਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ। ਰਾਜਾਂ ਵਿੱਚ ਸਿੱਖ ਭਾਵੇਂ ਕੁਝ ਫਾਇਦੇ ਲੈ ਲੈਣਗੇ, ਪਰ ਇੱਕ ਕੇਂਦਰੀ ਸੰਸਥਾ ਤੇ ਟੁੱਟਣ ਨਾਲ ਦੇਸ਼ ਵਿੱਚ ਸਿੱਖਾਂ ਦੀ ਰਾਜਨੀਤਿਕ ਤਾਕਤ ਨੂੰ ਵੱਡਾ ਖੋਰਾ ਲੱਗੇਗਾ। ਇਹ ਇੰਦਰਜੀਤ ਸਿੰਘ ਉਮਰਪੁਰੀ ਦਾ ਵਿਚਾਰ ਆ। ਪਤਾ ਨਹੀਂ ਇਹਦੇ ਨਾਲ ਤੁਸੀਂ ਸਹਿਮਤ ਹੋ ਕਿ ਨਹੀਂ, ਕਿਉਂਕਿ ਕੁਝ ਲੋਕ ਜਿਹੜੇ ਨੇ, ਮੈਂ ਸਿੱਖ ਵਿਦਵਾਨਾਂ ਦੀ ਗੱਲ ਕਰ ਰਿਹਾ, ਸ਼ਾਇਦ ਹਰਵਿੰਦਰ ਸਿੰਘ ਫੂਲਕਾ ਨੇ ਵੀ ਕਿਹਾ ਵਾ ਕਿ ਇੱਕ ਮੌਕਾ ਵਾ, ਇੱਕ ਵੱਖਰੀ ਕਮੇਟੀ ਬਣਾਈ ਜਾਵੇ, ਹੁਣ ਪੰਜਾਬ ਦੀ ਵੱਖਰੀ ਕਮੇਟੀ ਬਣੇ, ਉਹਦਾ ਢਾਂਚਾ ਦੁਬਾਰਾ ਤੋਂ ਬਣਾਇਆ ਜਾਵੇ ਔਰ ਹਰਿਆਣਾ ਦੇ ਗੁਰਦੁਆਰਿਆਂ ਦਾ ਕੰਟਰੋਲ ਹਰਿਆਣਾ ਕਮੇਟੀ ਖੋਲੀ ਥੱਲੇ ਹੋਣਾ ਚਾਹੀਦਾ। ਇੱਕ ਹੋਰ ਸਿੱਖ ਵਿਦਵਾਨ ਨੇ ਗੁਰਤੇਜ ਸਿੰਘ, ਉਹਨਾਂ ਨੇ ਵੀ ਇਹੋ ਜਿਹੀ ਗੱਲ ਕਹੀ ਆ, ਲੇਕਿਨ ਬਹੁਤ ਸਾਰੇ ਲੋਕ ਇਹਦੇ ਨਾਲ ਸਹਿਮਤ ਨਹੀਂ। ਕੱਲ੍ਹ ਮੈਂ ਇੱਕ ਪੰਜਾਬੀ ਅਖਬਾਰ 'ਚ ਲੇਖ ਪੜ੍ਹ ਰਿਹਾ ਸੀ, ਇਕਬਾਲ ਸਿੰਘ ਲਾਲਪੁਰਾ ਦਾ ਲੇਖ, ਜਿਹੜੇ ਇਸ ਵੇਲੇ ਚੇਅਰਮੈਨ ਨੇ ਸਿੱਖ ਆਲ ਇੰਡੀਆ ਮਾਈਨੋਰਿਟੀਜ਼ ਕਮਿਸ਼ਨ ਦੇ। ਉਹਨਾਂ ਦਾ ਵਿਚਾਰ ਹੈ ਕਿ ਆਲ ਇੰਡੀਆ ਗੁਰਦੁਆਰਾ ਐਕਟ ਹੋਣੀ ਚਾਹੀਦੀ ਹੈ ਔਰ ਇੱਕ ਸੈਂਟਰਲ ਕੰਟਰੋਲ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੇਰਾ ਮੰਨਣਾ ਤਾਂ ਇਹ ਸੰਧੂ ਸਾਹਿਬ ਵੀ ਜਿਹੜੇ ਧਰਮ ਦੇ ਹੈਗੇ ਨਾ ਮਸਲੇ, ਇਹ ਲੋਕ ਧਰਮ ਦੇ ਵੱਖੋ ਵੱਖਰੇ ਧਰਮ ਦੇ ਲੋਕਾਂ ਨੂੰ ਉਹਨਾਂ ਤੇ ਛੱਡਣਾ ਚਾਹੀਦਾ। ਉਹਨਾਂ ਦਾ ਮੁੱਢਲਾ ਹੱਕ ਹੈ, ਆਜ਼ਾਦੀ ਹੋਣੀ ਚਾਹੀਦੀ ਉਹਨਾਂ ਨੂੰ ਪੂਰੀ। ਵੇਖਿਆ ਜਾਵੇ ਸਿੱਖ ਦੇਖੋ ਸਾਰੇ ਇੰਡੀਆ ਦੀਆਂ ਸਟੇਟਾਂ ਵਿੱਚ ਰਹਿੰਦੇ ਆ, ਮੈਂ ਤਾਂ ਕਹੂੰਗਾ ਜਿੱਥੇ ਵੀ ਰਹਿੰਦੇ ਉਹ ਆਪਦੀ ਮਰਜ਼ੀ ਨਾਲ ਚਲਾਉਣੀਆਂ ਚਾਹੁੰਦੇ ਸੰਸਥਾਵਾਂ, ਕੋਈ ਵੀ ਭਾਵੇਂ ਹੋਵੇ, ਪਰ ਜਿਹੜੀ ਸਰਕਾਰ ਹੈ ਇੰਨੀ ਕੁ ਪੈਰਵਾਈ ਜ਼ਰੂਰ ਰੱਖੇ ਵੀ ਕਿਸੇ ਸੰਗਠਨ ਦੇ ਨਾਲ ਦੂਜੇ ਧਰਮ ਦਾ ਜਾਂ ਦੂਜੇ ਕਮਿਊਨਿਟੀ ਦੇ ਲੋਕਾਂ ਦਾ ਜਿਹੜੀ ਕਮਿਊਨਿਟੀ ਹੈਗੀ ਆ ਉਹਨੂੰ ਠੋਸ ਨਾ ਪਹੁੰਚਣ ਦੀ ਭਾਵਨਾ ਨੂੰ ਤੇ ਕਰਤਣ ਨਾ ਪੈਦਾ ਹੋਵੇ। ਪਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਤੁਹਾਡਾ ਖਿਆਲ ਹੈ ਕਿ ਸਾਰੀਆਂ ਸਟੇਟਾਂ ਦੀਆਂ ਵੱਖਰੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ? ਹੋ ਜਾਣ, ਕੋਈ ਹਰਜ ਨਹੀਂ ਸੰਧੂ ਸਾਹਿਬ। ਜੇ ਉਹਨਾਂ ਨੇ ਆਪਦੇ ਸਿਰਫ ਧਾਰਮਿਕ ਵਿਚਾਰ ਲਈ ਕਹਿ ਕੇ ਚਲਾਉਣੀਆਂ ਜਾਂ ਕੋਈ ਉਹ ਆਪਾਂ ਤਾਂ ਕੰਮ ਕਰਦੇ ਭਲੇ ਦੇ ਕਰਦੇ ਕਰਨ ਦਿਓ, ਜਿੰਨਾ ਚਿਰ ਉਹ ਨੁਕਸਾਨ ਨਹੀਂ ਪਹੁੰਚਾਉਂਦੇ ਲੋਕਾਂ ਨੂੰ ਉਹਨਾਂ ਚਿਰ ਸਰਕਾਰ ਨੂੰ ਦਖਲ। ਪਰ ਕੋਈ ਸੈਂਟਰਲ ਕੰਟਰੋਲ ਨਹੀਂ ਹੋਣਾ ਚਾਹੀਦਾ? ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸੈਂਟਰਲ ਕੰਟਰੋਲ ਵੀ ਜ਼ਰੂਰੀ ਆ? ਜਿਵੇਂ ਕ੍ਰਿਸਚੀਅਨਿਟੀ ਦਾ ਪੋਪ ਦੇ ਥੱਲੇ ਸਾਰੇ ਪੋਪ ਵੱਲ ਨਿਗਾਹ ਟਿਕਾਈ ਬੈਠੇ ਹੁੰਦੇ ਆ ਕ੍ਰਿਸਚੀਅਨਸ, ਤੁਹਾਨੂੰ ਨਹੀਂ ਲੱਗਦਾ ਇੱਕ ਸੈਂਟਰਲ ਕੰਟਰੋਲ ਹੋਣਾ ਚਾਹੀਦਾ, ਸੈਂਟਰਲ ਬਾਡੀ ਹੋਣੀ ਚਾਹੀਦੀ ਆ? ਜੇ ਵੱਖਰੀਆਂ ਬਾਡੀਆਂ ਹੋਣਗੀਆਂ ਆਪਣੀ ਰਿਆਤ ਮਰਿਆਦਾ ਕਾਇਮ ਕਰਨਗੇ ਔਰ ਹੋ ਸਕਦਾ ਵਾ ਉਹ ਲੋਕਲ ਸਰਕਾਰਾਂ ਦੇ ਦਬਾਅ ਹੇਠ ਵੀ ਆ ਜਾਣ ਜਿੱਥੇ ਜਿੱਥੇ ਵੀ ਉਹ ਹੋਣਗੇ। ਨਹੀਂ ਸੰਧੂ ਸਾਹਿਬ, ਨਹੀਂ ਪੋਪ ਨੂੰ ਕੋਈ ਸੈਂਟਰ ਗਵਰਨਮੈਂਟ ਕਨੀ ਉਹ ਤਾਂ ਨਹੀਂ ਕੋਈ ਪਾਬੰਦੀ ਹੈ, ਉਹ ਆਪਦਾ ਇਹਨਾਂ ਦਾ ਕੋਈ ਢਾਂਚਾ ਇਹੋ ਜਿਹਾ ਚਾਹੀਦਾ ਜਿਹੜਾ ਰਿਲੀਜੀਅਸ ਹੋਵੇ। ਬਸ ਗਵਰਨਮੈਂਟ ਦਾ ਤਾਂ ਕੰਮ ਇਹ ਹੈ ਵੀ ਇਹ ਮਤਲਬ ਲੋਕ ਮਰਿਆਦਾ ਦੇ ਵਿੱਚ ਰਹਿ ਕੇ ਸ਼ਾਂਤੀ ਨਾਲ ਕੰਮ ਕਰਨ। ਪਰ ਸਾਡੀ ਸੰਧੂ ਸਾਹਿਬ ਮੈਨੂੰ ਲੱਗਦਾ ਨਹੀਂ, ਹੁਣ ਜਿਵੇਂ ਤੁਸੀਂ ਵੀ ਪੱਤਰਕਾਰੀ ਕੀਤੀ ਹੈ, ਆਪਾਂ 82 ਵਾਲਾ ਤੁਸੀਂ ਵੀ ਦੌਰ ਦੇਖਿਆ, ਇਹ ਹਾਲਾਤ ਉਧਰ ਨੂੰ ਨਹੀਂ ਜਾ ਰਹੇ ਥੋੜੇ ਜਿਹੇ ਵੀ ਜਿਵੇਂ ਇਹ ਵੀ ਚਲੋ ਸਰਕਾਰ ਜਦੋਂ ਵੀ ਕਿਸੇ ਇੱਕ ਧਰਮ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡ ਪੈਂਦੀ ਆ, ਉਹ ਇੱਕ ਦੀ ਹਮਾਇਤ ਕਰਦੀ ਆ, ਚਾਹੇ ਦੂਜੇ ਧਰਮ ਜਿਹੜਾ ਤਗੜਾ ਉਹਦੀ ਹਮਾਇਤ ਦੇ ਵਿੱਚ ਕੋਈ, ਇਹਦਾ ਮਤਲਬ ਉਦੋਂ ਰਾਜਕਤਾ ਫੈਲਦੀ ਆ ਧਰਮ ਦੇ ਵਿੱਚ, ਸਥਿਰਤਾ ਆਉਂਦੀ ਆ। ਇਹ ਆਪਾਂ ਦੇਖਿਆ 78 ਤੋਂ ਲੈ ਕੇ। ਪਰ ਜਿਹੜੀਆਂ ਆਪਾਂ ਜੇ ਦੇਖਿਆ ਜਿਵੇਂ ਆਪ ਦੀ ਜਦੋਂ ਸਰਕਾਰ ਆਈ ਆ ਸੰਧੂ ਸਾਹਿਬ, ਇਹ ਜਿਹੜਾ ਹੁਣ ਤੁਸੀਂ ਕਿਹਾ ਵੀ ਜਿਹੜਾ ਇਹ ਪੰਜਾਬ ਦੀ ਸਿਆਸਤ ਤੇ ਕੀ ਸਿੱਖ ਅਸਰ ਤਾਂ ਪਊਗਾ। ਜਿਹੜੀ ਹੁਣ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਦੇ ਆਪ ਨੂੰ ਪੰਥਕ ਵੀ ਕਹਾਉਂਦੀ ਤੇ ਨਾਲ ਵੋਟਾਂ ਸਿਆਸਤ ਵੀ ਕਰਦੀ ਸੀ, ਸ਼੍ਰੋਮਣੀ ਕਮੇਟੀ ਦਾ ਆਸਰਾ ਬਹੁਤ ਸੀ ਉਹਨੂੰ, ਹੁਣ ਕਿਵੇਂ ਨਾ ਕਿਵੇਂ ਉਹ ਸ਼੍ਰੋਮਣੀ ਕਮੇਟੀ ਨੂੰ ਸਰਵਾਈਵ ਕਰਕੇ ਤੇ ਆਪ ਵੀ ਮੇਰੇ ਖਿਆਲ ਦੇਖੋ ਆਪਾਂ ਸ਼ੇਰ ਸਿੰਘ ਜੀ ਇਹ ਨਾ ਵੇਖੀਏ ਵੀ ਇਹਦਾ ਅਕਾਲੀ ਦਲ ਨੂੰ ਕੀ ਨੁਕਸਾਨ ਹੋਊਗਾ ਜਾਂ ਆਪ ਨੂੰ ਕੀ ਫਾਇਦਾ ਹੋਊ ਜਾਂ ਵਟਐਵਰ। ਇਹ ਵੇਖਣਾ ਇਹ ਚਾਹੀਦਾ ਵਾ ਕਿ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਹੋਵੇ, ਇੱਕ ਬਾਡੀ ਹੋਵੇ, ਉਹਦੇ ਥੱਲੇ ਸਬ ਕਮੇਟੀਜ਼ ਹੋਣ ਸਟੇਟਾਂ ਦੇ ਵਿੱਚ, ਉਹ ਬਿਹਤਰ ਆ, ਜਾਂ ਆਪਣੀਆਂ ਸਟੇਟਾਂ ਜਿਹੜੀਆਂ ਵਾ ਉੱਥੇ ਆਪਣੀ ਕਮੇਟੀ ਹੋਵੇ। ਕਿਉਂਕਿ ਇਹਦੇ ਨਾਲ ਇੱਕ ਗੱਲ ਜ਼ਰੂਰ ਹੋਊਗੀ ਕਿ ਜਿਹੜੀ ਕੰਬਾਈਨਡ ਤਾਕਤ ਹੈ, ਜਿਹੜੀ ਜੇ ਵੱਖਰੀਆਂ ਕਮੇਟੀਆਂ ਹੋਣਗੀਆਂ ਤੇ ਉਹ ਕੰਬਾਈਨਡ ਤਾਕਤ ਨਹੀਂ ਰਹੇਗੀ ਫਿਰ। ਮਿਹਰਬਾਨੀ। ਖੈਰ ਆਪਣਾ ਵਿਚਾਰ ਸੀ, ਸ਼ੇਰ ਸਿੰਘ ਦਾ ਵਿਚਾਰ ਆ ਵੀ ਕੋਈ ਹਰਜ਼ ਨਹੀਂ, ਵੱਖਰੀਆਂ ਕਮੇਟੀਆਂ ਆਪਣੀਆਂ ਸਟੇਟਾਂ ਦੇ ਵਿੱਚ ਹੋਣ। ਦਲਜੀਤ ਸੰਧੂ ਸਾਡੇ ਨਾਲ ਜੁੜ ਗਏ ਨੇ। ਲਾਲ ਸਿੰਘ ਲਾਲੀ ਬੁਢਲਾਡਾ ਕਹਿ ਰਹੇ ਨੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮਨਜੀਤ ਸੁਰਖਾਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਮਿਹਰਬਾਨੀ ਜੀ। ਇੰਦਰਜੀਤ ਸਿੰਘ ਉਮਰਪੁਰੀ ਦਾ ਦੂਜਾ ਕਮੈਂਟ ਹੈ, ਸਿੱਖਾਂ ਦੀ ਸਾਰੇ ਭਾਰਤ ਦੇ ਗੁਰਦੁਆਰਿਆਂ ਤੇ ਐਕਟ ਦੀ ਮੰਗ ਨੂੰ ਤਾਂ ਕੀ ਮੰਨਣਾ ਸੀ, 1925 ਦੇ ਗੁਰਦੁਆਰਾ ਐਕਟ ਨੂੰ ਵੀ ਖਤਮ ਕਰ ਦਿੱਤਾ। ਆਲ ਇੰਡੀਆ ਐਕਟ ਤੇ ਕਾਨੂੰਨ ਬਣਾਉਣ ਦਾ ਰਾਜ ਸਰਕਾਰਾਂ ਕੋਲ ਕੋਈ ਅਧਿਕਾਰ ਨਹੀਂ। ਇੰਦਰਜੀਤ ਸਿੰਘ ਉਮਰਪੁਰੀ ਦਾ ਵਿਚਾਰ ਹੈ। ਮਨਜੀਤ ਸੁਰਖਾਂ ਕਹਿ ਰਹੇ ਨੇ ਸੈਂਟਰਲ ਕੰਟਰੋਲ ਪੋਪ ਵਾਂਗ ਹੀ ਚੱਲ ਰਿਹਾ ਜੀ, ਬਾਦਲ ਸੈਂਟਰਲ ਕੰਟਰੋਲ ਦਾ ਕੰਮ ਕਰ ਰਹੇ। ਦੇਖੋ ਉਹ ਇੱਕ ਐਬਰੇਸ਼ਨ ਜਿਹਨੂੰ ਆਪਾਂ ਕਹੀਏ ਉਹ ਸੀ। ਆਪਾਂ ਇਹ ਨਾ ਵੇਖੀਏ ਵੀ ਜੋ ਹੁੰਦਾ ਰਿਹਾ ਗਲਤ ਸੀ ਤੇ ਇੱਕ ਨਵਾਂ ਢਾਂਚਾ ਲੱਭ ਲਈਏ। ਹੋ ਸਕਦਾ ਨਵਾਂ ਢਾਂਚਾ ਹੋਰ ਖਤਰਨਾਕ ਹੋਵੇ,
ਇਹ ਵੀ ਮਨਜੀਤ ਸੁਰਖਾ ਜੀ ਇਹਦੇ ਬਾਰੇ ਵੀ ਸੋਚਣ ਦੀ ਗੱਲ ਆ। ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਦੀ ਹੁਣ ਤੱਕ ਪਿਛਲੇ 60 ਸਾਲਾਂ ਤੋਂ ਮੰਗ ਚੱਲ ਰਹੀ ਸੀ, ਉਹ ਖਤਮ ਹੋ ਜੂਗੀ ਜੇ ਆ ਵੱਖਰੀਆਂ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ। ਇਹ ਜਾਣ ਲਓ। ਔਰ ਜੋ 1920-22 ਦੇ ਵਿੱਚ ਜੋ ਇਹ ਕੋਸ਼ਿਸ਼ ਹੋਈ ਸੀ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਵਾ ਸਿੱਖਾਂ ਦੇ ਆਪਣੇ ਕੋਲ ਜਾਣ ਲਈ, ਔਰ ਉਹਦੇ ਵਾਸਤੇ ਇੱਕ 1925 ਦੀ ਐਕਟ ਬਣੀ ਸੀ, ਪੰਜਾਬ ਵਾਸਤੇ ਬਣੀ ਸੀ। ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀ, ਉਦੋਂ ਬਾਕੀ ਬਾਹਰ ਦੇ ਗੁਰਦੁਆਰਿਆਂ ਦਾ ਜਿਹੜੀ ਸੀ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਲੇਕਿਨ 1925 ਵਾਲੀ ਐਕਟ ਜਿਹੜੀ ਆ ਉਹ ਵੀ ਹੁਣ ਕਮਜ਼ੋਰ ਪੈ ਜੂਗੀ ਇਹ ਜੋ ਹੋ ਰਿਹਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ ਇਹ ਹੈ ਜੀ, ਤੁਹਾਡੇ ਨਾਲ ਇੱਕ ਗੱਲ ਤੇ ਮੈਂ ਸਹਿਮਤ ਨਹੀਂ ਗਾ ਕਿ ਤੁਸੀਂ ਬਾਦਲ ਸਾਹਿਬ ਦੀ ਕੋਈ ਇੱਕ ਸੱਜਣ ਨੇ ਗੱਲ ਕੀਤੀ, ਤੁਸੀਂ ਕਿਹਾ ਬਾਦਲ ਸਾਹਿਬ ਨੂੰ ਹਰ ਚੀਜ਼ ਟਕਰਾਈਏ ਨਾ। 1925 'ਚ ਇਹ ਤਾਂ ਨਹੀਂ ਲਿਖਿਆ ਗਿਆ ਸੀ ਕਿ 11 ਸਾਲ ਇਲੈਕਸ਼ਨ ਨਾ ਕਰਾਓ ਤੇ ਉਹੀ ਪੁਰਾਣੇ ਬੰਦੇ ਚੁੱਕ ਕੇ ਆ ਜਾਓ। ਕੋਈ 1925 'ਚ ਇਹ ਤਾਂ ਨਹੀਂ ਲਿਖੀ ਗਈ ਸੀ ਚੀਜ਼। ਜਦ ਉਹ ਤੁਹਾਡੀ ਇਲੈਕਸ਼ਨ ਹੀ ਨਹੀਂ ਹੋਣੀ, ਜੇ ਮੈਂਬਰ ਹੀ ਨਹੀਂ ਚੁਣੇ ਜਾਣੇ ਉਹਨਾਂ ਨੇ ਆਪਣੇ, ਕਿਉਂਕਿ ਬਾਦਲ ਸਾਹਿਬ ਦੇ ਰਿਲੇਸ਼ਨ ਸੈਂਟਰ ਨਾਲ ਬਹੁਤ ਅੱਛੇ ਨੇ, ਉਹ ਇਲੈਕਸ਼ਨ ਨਹੀਂ ਹੋਣ ਦਿੰਦੇ ਪਏ। ਓਕੇ। ਔਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ ਹੋਣਾ ਚਾਹੀਦਾ ਐਕਟ ਰੂਲ, ਪਰ ਇਹ ਹੈ ਨਾ ਕਿ ਥੱਲੇ ਵੋਟਿੰਗ ਵੀ ਹੋਣੀ ਚਾਹੀਦੀ ਹੈ ਨਾ। ਬਿਲਕੁਲ ਜੀ, ਵੋਟਿੰਗ ਜਿਵੇਂ ਹਰ ਇਲੈਕਸ਼ਨ ਕਮਿਸ਼ਨ ਵੋਟਿੰਗ ਕਰਦਾ ਵਾ, ਕਰਵਾਉਂਦਾ ਵਾ 5 ਸਾਲਾਂ ਬਾਅਦ, ਇਸੇ ਤਰ੍ਹਾਂ ਇੱਥੇ ਵੀ ਰੈਗੂਲਰ ਇਲੈਕਸ਼ਨਸ ਜਿਹੜੀਆਂ ਵਾ ਉਹ ਲਾਜ਼ਮੀ ਹੋ ਜਾਣ। ਕਾਨੂੰਨ ਦੇ ਵਿੱਚ ਹੀ ਉਹਦੀ ਪ੍ਰੋਵੀਜ਼ਨ ਹੈ ਵਾ ਵੈਸੇ, ਪਰ ਉਹਨੂੰ ਲਾਗੂ ਕੀਤਾ ਜਾਏ। ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੇ। ਜੇ ਉਹ ਲਾਗੂ ਹੀ ਨਹੀਂ ਹੋ ਰਿਹਾ ਤਾਂ ਫਿਰ ਕਾਹਦਾ ਕੰਟਰੋਲ ਹੈ ਜੀ? ਜੇ ਉਹਨਾਂ ਨੇ, ਕਿਉਂਕਿ ਵੱਡੇ ਬਾਦਲ ਸਾਹਿਬ ਦਾ ਰਿਲੇਸ਼ਨ ਹੈ, ਉਹ ਇਲੈਕਸ਼ਨ ਨਹੀਂ ਹੋਣ ਦਿੰਦੇ ਪਏ। ਹੁਣ ਨੰਬਰ 2 ਆਪਣਾ ਹਰਿਆਣਾ ਗਵਰਨਮੈਂਟ ਦੇ ਗੁਰਦੁਆਰਿਆਂ ਦੀ ਤੁਸੀਂ ਵੇਖਿਆ ਸੇਵਾ ਹੀ ਨਹੀਂ ਹੁੰਦੀ, ਸਿਰਫ ਤਨਖਾਹਾਂ ਦੇ ਕੇ ਸਾਰੇ ਪੈਸੇ ਚੁੱਕ ਕੇ ਲਿਆਉਂਦੇ ਆ। ਉੱਥੇ ਗੁਰਦੁਆਰਿਆਂ ਦੀ ਕਈ ਕੰਮ ਹੋਣ ਵਾਲੇ ਨੇ, ਮੈਂ ਆਪ ਖੁਦ ਵੇਖਿਆ ਅੱਖੀ ਜਾ ਕੇ। ਮਲਹੋਤਰਾ ਜੀ ਦੋ ਗੱਲਾਂ ਸੈਪਰੇਟ। SGPC ਦੀ ਫੰਕਸ਼ਨਿੰਗ ਨੂੰ ਬਿਹਤਰ ਕੀਤਾ ਜਾਵੇ, ਬੈਟਰ ਚਲਾਇਆ ਜਾਵੇ, ਉਹ ਇੱਕ ਮੰਗ ਆ, ਜਾਂ ਕਿਉਂਕਿ SGPC ਦੀ ਫੰਕਸ਼ਨਿੰਗ ਸਹੀ ਨਹੀਂ ਤੇ ਇਸ ਕਰਕੇ ਵੱਖਰੇ ਗੁਰਦੁਆਰੇ ਕਮੇਟੀਆਂ ਬਣ ਜਾਣ ਸਾਰੀਆਂ ਸਟੇਟਾਂ ਦੀਆਂ? ਇਹ ਆਪਾਂ ਦੋ ਚੀਜ਼ਾਂ ਮਿਕਸ ਨਹੀਂ ਕਰ ਰਹੇ। ਨਹੀਂ, ਮਿਕਸ ਨਹੀਂ ਕਰ ਇਹ ਇੱਕ ਵਾਰੀ ਜੇ ਹੋ ਗਿਆ ਤੇ ਰਿਵਰਸ ਨਹੀਂ ਹੋਣਾ, ਇਹ ਵੀ ਵੇਖ ਲਿਓ। ਯਾਰ ਮੇਰੀ ਗੱਲ ਕੰਪਲੀਟ ਹੋਣ ਦਿਓ ਜਰਾ। ਹੁਣ ਤੁਸੀਂ ਬੜੇ ਇੱਕ ਬੰਨੇ ਹੋਰ ਦੇਖੋ ਜੀ, ਉੱਥੇ ਇੱਕ ਮੈਡੀਕਲ ਕਾਲਜ ਆ, ਉਹਦਾ ਪ੍ਰਧਾਨ ਫਿਰ ਬਾਦਲ ਸਾਹਿਬ ਬਣੇ ਹੋਏ ਉੱਥੇ। ਜਿਹੜੇ ਮੈਡੀਕਲ ਕਾਲਜ ਦੇ ਸਾਰੇ, ਤੁਹਾਨੂੰ ਉਹ ਵੀ ਗੱਲ ਦੀ ਨੌਲੇਜ ਹੈ ਜਿਹੜੀ ਕਿ ਗੁਰਦੁਆਰਿਆਂ ਦਾ ਹੀ ਮੈਡੀਕਲ ਕਾਲਜ ਉੱਥੇ ਸ਼ਾਹਪੁਰ ਦੇ ਕੋਲ, ਉਹ ਵੀ ਕੰਟਰੋਲ ਇਹਨਾਂ ਕੋਲ ਹੈਗਾ। ਉੱਥੇ ਵੀ ਕੀ ਹਾਲ ਆ, ਜਾ ਕੇ ਵੇਖੋ ਤੁਸੀਂ, ਪ੍ਰੈਕਟੀਕਲ ਜਗ੍ਹਾ ਉਹਨੂੰ ਵੇਖੋ ਕੀ ਹਾਲ ਚੱਲਣ ਡਿਆ ਉੱਥੇ। ਇਹ ਜਦ ਤੱਕ ਇਲੈਕਸ਼ਨ ਨਹੀਂ ਹੋਏਗੀ ਇੱਥੇ ਕੋਈ, ਅਦਰਵਾਈਜ਼ ਇਹ ਇੰਡੀਵਿਜੂਅਲ ਹੋਣਾ ਚਾਹੀਦਾ ਸਟੇਟਾਂ ਦਾ, ਜਿੰਨੀ ਦਾ ਸਿੱਖੀ ਕੌਮ ਦੀ। ਅੱਛਾ, ਫਿਰ ਦੂਸਰੇ ਬੰਨੇ ਇੱਕ ਹੋਰ ਬੰਨੇ ਆ ਜਾਓ ਕਿ ਜੇ ਅਸੀਂ ਕਹਿੰਦੇ ਆ ਕਿ ਜਥੇਦਾਰ ਸਾਹਿਬ, ਇਹਨਾਂ ਨੇ ਪਿੱਛੇ ਜਥੇਦਾਰ ਸਾਹਿਬ ਕੀ ਮਾਫੀਨਾਮੇ ਸਾਰੇ ਚੇਂਜ ਕਰਾਏ ਆ, ਉਹ ਕੀ ਹੋ ਰਿਹਾ ਇੱਥੇ? ਇਹ ਤਾਂ ਉਲਟਾ ਸਿੱਖੀ ਦੀ, ਮੇਰੇ ਹਿਸਾਬ ਨਾਲ ਸਿੱਖਾਂ ਨੂੰ ਉਹਨਾਂ ਨੂੰ ਵਿਖਾ ਹੋ ਜਾਣਾ ਚਾਹੀਦਾ। ਥੈਂਕ ਯੂ ਜੀ। ਥੈਂਕ ਯੂ। ਵੱਖਰੀਆਂ ਕਮੇਟੀਆਂ ਗੁਰਦੁਆਰਿਆਂ ਸਟੇਟਾਂ ਦੀਆਂ ਬਣਨੀਆਂ ਚਾਹੀਦੀਆਂ ਵਾ, ਇਹ ਮਲਹੋਤਰਾ ਜੀ ਦਾ ਵਿਚਾਰ ਆ। ਮੀਨਵਾਈਲ ਮਨਜੀਤ ਸੁਰਖਾ ਦਾ ਤਾਜ਼ਾ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਉਹ ਕਹਿ ਰਹੇ ਨੇ ਪੰਜਾਬ ਵੀ ਇੱਕੋ ਗੱਲ ਉੱਤੇ ਮਾਰ ਖਾਂਦੇ ਨੇ ਜੀ ਕਿ ਇਹਨਾਂ ਤੋਂ ਛੁਡਾ ਕੇ ਅਗਲਿਆਂ ਨੂੰ ਕਿਹਨਾਂ ਨੂੰ ਦਈਏ ਜੀ। ਵਿਲ ਟੇਕ ਦੀ ਨੈਕਸਟ ਕਾਲ। ਕਾਫੀ ਕਾਲਸ ਹੋਲਡ ਤੇ ਆ, ਸੋ ਮੈਂ 1 ਬਾय 1 ਕਾਲਸ 2-3 ਕਾਲਸ ਲੈ ਕੇ ਫਿਰ ਬ੍ਰੇਕ ਲਊਂਗਾ। ਹੈਲੋ ਹਾਂਜੀ ਭਾਈ ਸਾਹਿਬ, ਮੈਂ ਔਨ 에ਅਰ ਸੰਧੂ ਬੋਲਦਾ ਜੀ। ਹਾਂਜੀ ਕੁਲਵਿੰਦਰ ਜੀ ਤੁਸੀਂ ਔਨ 에ਅਰ ਜੇ, ਆਪਣੀ ਗੱਲ ਪੂਰੀ ਕਰੋ ਜੀ। ਮੈਂ ਕਿਹਾ ਜੀ, ਜੇ ਤਾਂ SGPC ਢੰਗ ਨਾਲ ਕੰਮ ਕਰੇ ਤਾਂ ਫਿਰ ਤਾਂ ਚਲੋ, ਉਹ ਨਾ ਤਾਂ ਇਲੈਕਸ਼ਨ ਹੋ ਰਿਹਾ ਹੈ, ਪਰ ਇਹਨਾਂ ਨੇ ਜਿਹੜਾ ਆਪਣੇ ਗੰਗਾਨਗਰ ਇਤਿਹਾਸਿਕ ਗੁਰਦੁਆਰਾ ਸੀ, ਮੈਂ ਉੱਥੋਂ ਦਾ ਐਗਜ਼ਾਮਪਲ ਦੇ ਦਿੰਦਾ। ਉਹ ਲੋਕਲ ਆਪਣੇ ਚਲਾਉਂਦੇ ਆ ਉੱਥੇ ਗੁਰਦੁਆਰਾ ਬੁੱਢਾ ਜੋੜ ਸਾਹਿਬ। ਬਸ ਹਾਂਜੀ, ਤੇ ਇਹ 10 ਸਾਲ ਪਹਿਲਾਂ ਨਾ ਜੀ, ਇਹ ਇੱਥੋਂ ਗਏ ਵੀ ਅਸੀਂ ਇਹਦਾ ਕੰਟਰੋਲ ਲੈਣਾ SGPC ਦੇ ਅੰਡਰ, ਤੇ ਉੱਥੇ ਕਾਲਜ ਵੀ ਚੱਲਦਾ ਹੈ, ਆਈ ਹਸਪੀਟਲ ਵੀ ਹੈ। ਉਹ ਲੋਕਲ ਜਿਵੇਂ ਲੋਕਾਂ ਨੂੰ ਹੁੰਦੀ ਹੈ ਲੋੜ, ਉਸ ਹਿਸਾਬ ਨਾਲ ਉਹ ਆਪਦਾ ਕੰਮ ਕਰਦੇ ਰਹਿੰਦੇ ਆ। ਇਹ ਇੱਥੋਂ ਗਏ ਜੀ, ਇਹਨਾਂ ਨੇ ਉੱਥੇ ਜਾ ਕੇ ਪਹਿਲਾਂ ਤਾਂ ਕਹਿੰਦੇ ਵੀ ਸਾਡਾ ਪ੍ਰਧਾਨ ਹੈ, ਪਹਿਲਾਂ ਉਹਨੂੰ ਅੰਮ੍ਰਿਤ ਛਕਾਇਆ, ਉਹ ਪ੍ਰਧਾਨ ਬਣਾਇਆ ਜੀ ਉਹਨੂੰ, ਜਿਹੜਾ ਸ਼ਰਾਬ ਦਾ ਠੇਕੇਦਾਰ ਹੈ। ਓਕੇ। ਤੇ ਬਦਮਾਸ਼ ਸਮਝੇ ਜੀ। ਉਹਨੂੰ ਬਣਾ ਕੇ ਆ ਗਏ, ਅੰਮ੍ਰਿਤ ਵੀ ਉਦੋਂ ਹੀ ਛਕਾਇਆ ਉਹਨੂੰ, ਤੇ ਨਾਲ ਦੀ ਨਾਲ ਪ੍ਰਧਾਨ ਬਣਾ ਕੇ, ਤੇ ਉਹ ਦੂਜੇ ਦਿਨ ਲੋਕਾਂ ਨੇ ਮੰਨਿਆ ਨਹੀਂ ਜੀ, ਉਹ ਸੰਗਤ ਰੋਡ ਤੇ ਆ ਗਈ। ਤਾਂ ਫਿਰ ਉਹ ਅੱਜ ਤੱਕ ਨਾ ਤਾਂ ਕਦੀ ਉਹ ਚਾਰਜ ਲੈਣ ਆਇਆ, ਤੇ ਨਾ ਇਹਨਾਂ ਨੇ ਕਦੀ ਐਂ ਕਿਹਾ ਵੀ ਅਸੀਂ ਹੁਣ ਉਹ ਲੈਣਾ ਵਾਪਸ ਜਾਂ ਨਹੀਂ ਲੈਣਾ। ਬਸ ਵੀ ਅੱਗੇ ਤੁਹਾਡੀ ਮਰਜ਼ੀ ਹੈ ਵੀ ਇਹ ਤਾਂ ਬਾਦਲ ਹੀ, ਜੇ ਤਾਂ ਇਹਦਾ ਸਿਸਟਮ ਸਹੀ ਚੱਲਦਾ
ਤਾਂ ਇਹ ਇੱਕ ਹੋ ਜੇ, ਪਰ ਜਿਹੜੇ ਹਿਸਾਬ ਨਾਲ ਚੱਲੀ ਜਾਂਦੇ ਉਹਦੇ ਹਿਸਾਬ ਨਾਲ ਤਾਂ ਅੱਡੋ ਅੱਡ ਹੋਣੀ ਚਾਹੀਦੀ ਹੈ। ਜਿਵੇਂ ਜਿਹਨੂੰ ਲੋੜ ਹੈ ਆਪਦੀ ਸੰਗਤ ਨੂੰ, ਉਵੇਂ ਆਪਦੇ ਹਿਸਾਬ ਨਾਲ ਉਹ ਕੰਮ ਕਰ ਲੈਣ ਜਿਹੜਾ ਚੜਾਵਾ ਚੜ੍ਹਦਾ ਜੀ। ਮਿਹਰਬਾਨੀ। ਕੁਲਵਿੰਦਰ ਸੰਧੂ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਸਨ। ਗੁਰਦੁਆਰਾ ਬੁੱਢਾ ਜੋੜ ਜਿਹੜਾ ਪਦਮਪੁਰ ਰਾਈਸਿੰਗ ਨਗਰ ਦੇ ਨੇੜੇ ਆ, ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਆ, ਉੱਥੋਂ ਦੀ ਉਹ ਗੱਲ ਕਰ ਰਹੇ ਆ। ਇਹੋ ਹੀ ਗੁਰਦੁਆਰਾ ਵਾ ਜਿੱਥੋਂ ਦੋ ਸਿੰਘ ਆਏ ਸੀ, ਮੱਸਾ ਰੰਗੜ ਜਿਹੜਾ ਬੇਅਦਬੀ ਕਰ ਰਿਹਾ ਸੀ ਸ਼੍ਰੀ ਦਰਬਾਰ ਸਾਹਿਬ ਦੀ, ਉਹਨੂੰ ਸਬਕ ਸਿਖਾਉਣ ਵਾਸਤੇ ਉਸ ਗੁਰਦੁਆਰੇ ਦੀ ਭਾਈ ਸਾਹਿਬ ਨੇ ਗੱਲ ਕੀਤੀ ਹੈ। ਬਿਲਕੁਲ ਮੇਰੇ ਆਪਣੇ ਪਿੰਡ ਦੇ ਬਹੁਤ ਹੀ ਦੂਰ ਨਹੀਂ, ਕਰੀਬ 25-30 ਕਿਲੋਮੀਟਰ ਦੂਰ ਹੀ ਆ, ਮੈਨੂੰ ਇਹਦਾ ਪੂਰੀ ਜਾਣਕਾਰੀ ਆ। ਔਰ ਉੱਥੇ ਕਾਫੀ ਦੇਰ ਇੱਕ ਰੌਲਾ ਕਾਫੀ ਦੇਰ ਦਾ ਚੱਲ ਰਿਹਾ ਵਾ ਉੱਥੋਂ ਦੇ ਕੰਟਰੋਲ ਦਾ, ਉਹਦੇ ਜ਼ਿਕਰ ਕੁਲਵਿੰਦਰ ਸੰਧੂ ਨੇ ਕੀਤਾ ਵਾ। ਮੈਂ ਫਿਰ ਦੱਸ ਦੇਵਾਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦੀ। ਇਹਦੇ ਨਾਲ ਸਿੱਖ ਸਿਆਸਤ 'ਤੇ ਕੀ ਅਸਰ ਪਵੇਗਾ। ਜਿਵੇਂ ਹੁਣੇ ਭਾਈ ਸਾਹਿਬ ਨੇ ਕਿਹਾ ਕਿ ਜੇ ਤੇ SGPC ਸਹੀ ਚੱਲੇ ਤੇ ਇੱਕ ਐਕਟ ਹੋਣੀ ਚਾਹੀਦੀ, ਨਹੀਂ ਤੇ ਫਿਰ ਵੱਖਰੇ ਵੱਖਰੇ ਕੰਟਰੋਲ ਹੋਣ 'ਚ ਕੋਈ ਹਰਜ ਨਹੀਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਚਰਨ ਸਿੰਘ ਪ੍ਰੇਮਪੁਰਾ ਬੋਲ ਰਿਹਾ ਹਾਂਜੀ ਪ੍ਰੇਮਪੁਰਾ ਜੀ। ਸੰਧੂ ਸਾਹਿਬ ਜੀ, ਬੜਾ ਵਧੀਆ ਤੁਸੀਂ ਮੁੱਦਾ ਲੈ ਕੇ ਆਏ ਹੋ। ਇਹ ਮੌਕੇ ਦੀ ਮੰਗ ਵੀ ਵੀ ਦੁਨੀਆ ਦੇ ਨਾਲ ਇਹਦੀ ਡਿਸਕਸ ਹੋਵੇ, ਖਾਸ ਕਰਕੇ ਆਪਣੇ ਸਿੱਖ ਭਾਈਚਾਰੇ ਨਾਲ। ਔਰ ਇਹ ਜ਼ਰੂਰੀ ਹੈ, ਜੇ ਦਿੱਲੀ ਦੀ ਬਣ ਸਕਦੀ ਹੈ, ਮਹਾਰਾਸ਼ਟਰ ਦਾ ਬੋਰਡ ਹੈ ਆਪਣਾ, ਦੂਸਰਾ ਆਪਣਾ ਬਿਹਾਰ ਦਾ ਹੈ, ਇਹਨਾਂ ਦੋ ਤਿੰਨਾਂ ਨਾਲ ਨਹੀਂ ਕੁਛ ਸਿੱਖ ਸਿਆਸਤ ਤੇ ਅਸਰ ਪਿਆ ਤੇ ਇਕੱਲੇ ਹਰਿਆਣੇ ਦਾ ਇੰਨਾ ਰਾਮ ਰੌਲਾ ਕਿਉਂ ਪਾਣ ਡਏ ਨੇ ਇਹ ਬਾਦਲ ਪਰਿਵਾਰ। ਸਾਡਾ ਜਿਹੜਾ ਸਿੱਖਾਂ ਦਾ ਸੁਪਰੀਮ ਹੈ ਨਾ, ਉਹ ਕਾਲ ਤਖਤ ਹੈ। ਕਾਲ ਤਖਤ ਯਾਦ ਕਰਾ ਲਓ, ਕਮੇਟੀਆਂ ਜਿੰਨੀਆਂ ਮਰਜ਼ੀ ਬਣ ਜਾਣ, ਕਾਲ ਤਖਤ ਦਾ ਕੁੰਡਾ ਸਾਰੀਆਂ ਕਮੇਟੀਆਂ ਤੇ ਹੋਵੇ। ਮਿਹਰਬਾਨੀ, ਥੈਂਕ ਯੂ ਪ੍ਰੇਮਪੁਰਾ ਜੀ। ਅਕਾਲ ਤਖਤ ਦਾ ਕੁੰਡਾ ਜਿਹੜਾ ਵਾ ਇੱਕ ਕੰਟਰੋਲ ਹੋਵੇ, ਉਹਨੂੰ ਉਹ ਆਜ਼ਾਦ ਕਰਾ ਲਓ, ਇੰਡੀਪੈਂਡੈਂਟ ਚੱਲਣਾ ਚਾਹੀਦਾ ਵਾ, ਬਾਕੀ ਵੱਖਰੀਆਂ ਵੱਖਰੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ। ਇਹ ਪ੍ਰੇਮਪੁਰਾ ਜੀ ਦਾ ਵਿਚਾਰ ਹੈ। ਇੱਕ ਹੋਰ ਕਾਲ ਲੈ ਕੇ ਮੈਂ ਛੋਟੀ ਜਿਹੀ ਬ੍ਰੇਕ ਲਊਂਗਾ। ਹੈਲੋ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਬਲ ਜੀ। ਸੈਂਟਰ ਦੀ ਤੁਸੀਂ ਸੈਂਟਰ ਤੋਂ ਪੰਜਾਬ ਨੂੰ, ਸਟੇਟਾਂ ਨੂੰ ਯਾਦ ਕਰਾਉਂਦੇ ਬਾਹਰ ਹੋ ਗਏ ਸਿਆਸਤ ਚੋਂ ਜੀ। ਤੇ ਜੇ ਹੁਣ ਲਾਲਪੁਰ ਵਾਲੀ ਗੱਲ ਮੰਨੀਏ ਸਾਹ ਬਣਾਉਂਦੀ ਤੇ ਇੱਕ ਸੈਂਟਰ ਦੀ ਕਮੇਟੀ ਦੇ ਅਧੀਨ ਆ ਜਾਣ ਤੇ ਫਿਰ ਤੁਹਾਡੇ ਵਿਚਾਰਾਂ ਦਾ ਤੇ ਉਹਨਾਂ ਦਾ ਟਕਰਾਅ ਹੋ ਜਾਂਦਾ। ਤੇ ਤੁਸੀਂ ਦੱਸੋ, ਨਾ ਤੁਹਾਡੀ ਗੱਲ ਮੰਨੀ ਜਾਣੀ ਹੈ, ਨਾ ਸਾਡੀ ਮੰਨੀ ਜਾਣੀ ਆ। ਤੁਸੀਂ ਵੇਖੋ ਇੰਨੇ ਲੋਕ ਉੱਥੇ ਸਿੱਖ ਵਸਦੇ ਆ ਹਰਿਆਣੇ 'ਚ, ਜਦੋਂ ਉਹਨਾਂ ਦੀ ਆਪਣੀ ਕਮੇਟੀ ਹੋਊਗੀ, ਉਹਨਾਂ ਦੀ ਹਰਿਆਣੇ 'ਚ ਪੁੱਛਗਿੱਛ ਹੋਊਗੀ ਰਾਜਨੀਤੀ 'ਚ। ਠੀਕ ਹੈ ਜੀ। ਜਿੱਦਾਂ ਦਿੱਲੀ ਵਾਲਿਆਂ ਦੀ ਆ। ਰਾਈਟ। ਤੇ ਹੁਣ ਤੱਕ ਬਾਦਲ ਉਂਗਲ ਫੇਰ ਕੇ ਚਟਿਆਲਿਆਂ ਨਾਲ ਲਾਉਂਦੇ, ਕਦੀ ਕਿਸੇ ਨਾਲ ਲਾਉਂਦੇ ਵੀ ਤੁਹਾਡੀ ਹਮਾਇਤ ਕਰਨੀ। ਬੰਦਾ ਤੇ ਕੋਈ ਵੀ ਨਹੀਂ ਅਕਾਲੀਆਂ ਦਾ ਮੇਰੇ ਹਿਸਾਬ ਨਾਲ ਉੱਥੇ ਕਦੀ ਜਿੱਤਿਆ। ਠੀਕ ਹੈ ਜੀ। ਤੇ ਫਿਰ ਉਹਨਾਂ ਨੂੰ ਯਾਦ ਹੋਣ ਦੇਣਾ ਚਾਹੀਦਾ ਵਾ, ਆਪਣਾ ਉਹ ਪ੍ਰਬੰਧ ਕਰਨ। ਕੋਈ ਗੱਲ ਨਹੀਂ, ਐਡੀ ਵੱਡੀ ਕਮੇਟੀ ਹੈ ਇਹਨਾਂ ਕੋਲ, ਤੇ ਇੱਥੇ ਨਹੀਂ ਸਾਂਭਿਆ ਜਾਣ ਡਿਆ ਕੰਮ ਜੀ। ਸ਼ੋਰ। ਤੇ ਬਾਕੀ ਗੱਲ ਜਿਹੜੇ ਮੈਂਬਰ ਪ੍ਰਧਾਨ ਜੀ ਲਾਏ ਆ, ਜਿਹੜੇ ਜਥੇਦਾਰ ਲਾਏ ਆ, ਉਹ ਜਥੇਦਾਰ ਤੇ ਆਪ ਆਖਣ ਡਿਆ ਵੀ ਮੈਨੂੰ ਨਿਯੁਕਤ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ, ਕਦੋਂ ਲਾ ਦੇਣਾ ਤੇ ਕਦੋਂ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਬਿਠਾ ਦੇਣਾ। ਸੋ ਤੁਹਾਡਾ ਖਿਆਲ ਹੈ ਪ੍ਰਗਟ ਬਲ ਜੀ ਵੀ ਜਿਸ ਤਰ੍ਹਾਂ SGPC ਚੱਲ ਰਹੀ ਹੈ, ਇਹਦੇ ਨਾਲੋਂ ਬਿਹਤਰ ਹੋਵੇਗਾ ਕਿ ਵੱਖਰੀਆਂ ਵੱਖਰੀਆਂ ਕਮੇਟੀਆਂ ਹੋਣ, ਪਰ ਫਿਰ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਮੰਗ ਸੀ ਉਹਨੂੰ ਆਪਾਂ ਖਤਮ ਸਮਝੀਏ। ਤੁਸੀਂ 1925 ਦੀ ਗੱਲ ਕੀਤੀ ਹੈ ਜੀ। ਨਹੀਂ, ਹੁਣ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਚੱਲ ਰਹੀ ਆ, ਜਿਹਦੇ 2-3 ਵਾਰੀ ਉਹਦੇ ਡਰਾਫਟ ਵੀ ਬਣੇ ਆ, ਉਹਨੂੰ ਫਿਰ ਆਪਾਂ ਖਤਮ ਸਮਝੀਏ ਵੀ ਉਹ ਹੁਣ ਨਹੀਂ ਅੱਗੇ ਲਿਜਾਉਣ ਦੀ ਲੋੜ। 1925 'ਚ ਜਿਹੜਾ ਕਾਨੂੰਨ ਬਣਾਇਆ ਉਦੋਂ ਰਾਜ ਕਿਹਦਾ? ਅੰਗਰੇਜ਼ਾਂ ਦਾ ਜੀ। ਇੰਨੀਆਂ ਕੁਰਬਾਨੀਆਂ ਕਰਕੇ ਗੁਰਦੁਆਰਿਆਂ ਲਈ, ਤੇ ਫਿਰ ਰਾਜ ਤੇ ਉਹਨਾਂ ਦਾ ਰਿਹਾ, ਉਹ ਸਰੁਪੇ ਦਿੰਦੇ ਰਹੇ ਉਹਨਾਂ ਨੂੰ। ਨਹੀਂ, ਉਹ ਉਸ ਵੇਲੇ ਦਿੰਦੇ ਰਹੇ, ਪਰ ਉਸ ਤੋਂ ਬਾਅਦ ਤੇ ਫਿਰ SGPC ਦਾ ਆਪਣਾ ਕੰਟਰੋਲ ਹੋ ਗਿਆ ਸੀ ਨਾ। ਨਹੀਂ, ਉਦੋਂ ਵੀ ਤੇ SGPC ਨਾਲ ਹੀ ਬਣ ਗਈ। ਨਹੀਂ, ਬਣ ਤੇ ਗਈ ਸੀਗੀ, ਪਰ ਉਸ ਤੋਂ ਬਾਅਦ ਤੇ ਇਹ ਜਿਹੜਾ ਸਰੋਪਿਆਂ ਵਾਲਾ ਕੰਮ ਜਿਹੜਾ ਇਹ ਤੇ ਉਹਨਾਂ ਦੇ ਕਹਿਣ ਤੇ ਨਹੀਂ ਨਾ ਹੁੰਦਾ ਰਿਹਾ, ਇਹ ਤੇ ਫਿਰ ਆਪਣੇ ਫੈਸਲੇ ਕਰਦੇ ਰਹੇ ਨਾ ਸਿੱਖ ਜੀ। ਵੈਸ਼ਨੋ ਦੇਵੀ ਘਰ ਹੈ, ਕਿੰਨੀ ਕੁ ਉੱਥੇ ਸੰਗਤ ਜਾਂਦੀ, ਕਿੰਨੀ ਕੁ ਦੁਨੀਆ ਜੁੜੀ ਆ, ਉੱਥੇ ਕੋਈ ਕਮੇਟੀ ਹੈਗੀ ਆ ਜੀ? ਏਦਾਂ ਇਲੈਕਸ਼ਨ ਹੁੰਦੀ ਆ। ਇਹ ਬਹੁਤ ਇੱਕ ਇਤਿਹਾਸਿਕ ਫੈਸਲਾ ਸੀਗਾ ਵੀ ਇੱਕ ਚੁਣੀ ਹੋਈ ਕਮੇਟੀ ਜਿਹੜੀ ਸਿੱਖਾਂ ਦੇ ਇਤਿਹਾਸਿਕ ਗੁਰਦੁਆਰੇ ਚਲਾਉਣ ਵਾਸਤੇ ਇਸ ਐਕਟ ਦੇ ਤਹਿਤ ਬਣੀ ਸੀ,
ਔਰ ਉਹਦੇ ਤੋਂ ਬਾਅਦ ਹੁਣ ਮੰਗ ਹੋ ਰਹੀ ਹੈ ਆਲ ਇੰਡੀਆ ਗੁਰਦੁਆਰਾ ਐਕਟ ਦੀ। ਲੇਕਿਨ ਬਹੁਤ ਸਾਰੇ ਸਾਡੇ ਹੁਣ ਤੱਕ ਜਿਹੜੇ ਕਾਲਰ ਨੇ ਉਹ ਤਾਂ ਸ਼ਾਇਦ ਇਹ ਕਹਿ ਰਹੇ ਨੇ ਕਿ ਇੱਕ ਵੱਖਰੀਆਂ ਕਮੇਟੀਆਂ ਸਟੇਟਾਂ ਦੀਆਂ ਹੋਣ ਤੇ ਉਹ ਬਿਹਤਰ ਹੋਵੇਗਾ, ਕਿਉਂਕਿ SGPC ਦੀ ਫੰਕਸ਼ਨਿੰਗ ਹੁਣ ਤੱਕ ਸਹੀ ਨਹੀਂ। ਕਿਉਂਕਿ SGPC ਦੀ ਫੰਕਸ਼ਨਿੰਗ ਸਹੀ ਨਹੀਂ, ਲੋਕ ਇੰਨੇ ਕੁ ਨਿਰਾਸ਼ ਨੇ, ਉਹਨਾਂ ਨੂੰ ਲੱਗਦਾ ਵਾ ਕਿ ਵੱਖਰੇ ਕਮੇਟੀਆਂ ਹੋ ਜਾਣ ਤੇ ਉਹ ਬਿਹਤਰ ਹੋਵੇਗਾ। ਮੀਨਵੈਲ ਨਰਿੰਦਰ ਟਿਵਾਣਾ, ਨਿੰਮਾ ਸੋਹਲ ਤੇ ਵੈਦ ਠੰਡੂ ਰਾਮ ਸਰਪੰਚ ਦੇ ਵੀ ਤਾਜ਼ੇ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਇੱਕ ਕਾਲਰ ਕਾਫੀ ਦੇਰ ਤੋਂ ਹੋਲਡ ਕਰ ਰਹੇ, ਪਹਿਲਾਂ ਉਹਨਾਂ ਦੀ ਗੱਲ ਸਾਂਝੀ ਕਰ ਲਈਏ। ਹੈਲੋ, ਸਾਜਾ ਸੰਧੂ ਸਾਹਿਬ ਪੰਧੇਰ ਬੋਲ ਰਹੇ ਹਾਂ। ਹਾਂਜੀ ਪੰਧੇਰ ਸਾਹਿਬ, ਗੱਲ ਇਹ ਆ, ਦੇਖੋ ਜੇ ਕਮੇਟੀ ਨਾਲ ਕੰਮ ਸਹੀ ਤਰ੍ਹਾਂ ਕਰਦੀ, ਕੋਈ ਅੱਡ ਨਹੀਂ ਸੀ ਹੁੰਦਾ ਇਹਨਾਂ ਤੋਂ। ਹੁਣ ਐਂ ਦੇਖੋ ਵੀ ਇਹਨਾਂ ਜਿਹੇ ਪਹਿਲਾਂ ਕਾਂਡ ਹੋਇਆ 78 ਵਾਲਾ, ਉਸੇ ਕੋਈ ਇਹਨੇ ਬਾਤ ਠਾਲੀ ਆ, ਕੋਈ ਉਹ ਨਕੋਦਰ ਵਾਲਾ ਕਾਂਡ ਹੋਇਆ ਕੋਈ ਠਾਲੀ ਆ, ਇਹਨੇ ਕਈ ਜਗ੍ਹਾ ਤੇ ਅਫਸੋਸ ਕੀਤਾ ਕਿ ਪਹੁੰਚੇ ਉੱਥੇ ਆ ਕੇ, ਰਾਈਟ, ਵਿਗਾੜੇ ਬੰਦੇ ਮਾਰੇ ਉੱਥੇ ਇਹ ਪਹੁੰਚੇ ਕੋਈ ਕਮੇਟੀ। ਇਹਨਾਂ ਕੰਮ ਕੀ ਆ? ਹੋਰ ਕੰਮ ਇਹਨਾਂ ਇਹੀ ਕੰਮ ਹੈ ਨਾ ਵੀ ਧਾਰਮਿਕ ਕੰਮ ਹੈ ਇਹਨਾਂ ਦਾ, ਉੱਥੇ ਪਹੁੰਚੇ ਨਹੀਂ, ਰਾਈਟ। ਤੇ ਬਾਕੀ ਇਹਨਾਂ ਦੇ ਨੱਖ ਦੇ ਦੇਖੋ ਨਾ, ਕੀ ਹੁੰਦਾ ਜੇ ਹੋਟਲ ਨੇ ਨਾ ਲਵੇ, ਉੱਥੇ 2 ਨੰਬਰ ਦਾ ਕੰਮ ਚੱਲਦੇ ਨੇ। ਜੇ ਹੋਟਲ ਨੇ ਨਾ ਅਕਾਲ ਤਖਤ ਦੇ ਆਪਣੇ ਗੁਰਦੁਆਰੇ ਕੋਲੇ ਖੋਲੇ ਲੋਕਾਂ ਦੇ, ਉੱਥੇ ਗਲਤ ਕੰਮ ਚੱਲਦੇ ਨੇ, ਉਹ ਇਹਨਾਂ ਦੀਆਂ ਨਹੀਂ ਕਿਤੇ, ਰਾਈਟ। ਇਹ ਰਾਖੀ ਕਿਤੋਂ ਰੱਖਣਗੇ ਦੱਸੋ ਜੀ? ਤੇ ਨੇ ਬਣਾ ਕੇ ਇਹਦਾ ਸ਼ਿਪ ਗੌਰ ਕਰਨ ਪੈਂਦੇ ਆ, ਇਹ ਇਹਨਾਂ ਨੂੰ ਧਰਮ ਦਾ ਕੋਈ ਤੁਸੀਂ ਦੇਖੋ ਕੋਲੇ ਆ ਗਏ ਕੀ ਹੋ ਜਾਂਦਾ, ਉੱਥੇ ਦੇਖ ਲੈਣ ਜੇ ਹੋਟਲ ਬਣੇ ਉੱਥੇ ਕੀ ਹੁੰਦਾ ਕੰਮ। ਸ਼ੋਰ। ਸੋ SGPC ਦੀ ਫੰਕਸ਼ਨਿੰਗ ਇੰਨੀ ਕੁ ਮਾੜੀ ਆ ਕਿ ਲੋਕੀ ਉਹਦੇ ਤੋਂ ਤੰਗ ਨੇ, ਸ਼ਾਇਦ ਇਸੇ ਕਰਕੇ ਮੰਗ ਕਰ ਰਹੇ ਆ ਕਿ ਇੱਕ ਵੱਖਰੀਆਂ ਕਮੇਟੀਆਂ ਸਟੇਟਾਂ 'ਚ ਬਣਨੀ ਚਾਹੀਦੀ। ਮਿਹਰਬਾਨੀ ਪੰਧੇਰ ਸਾਹਿਬ। ਮੀਨਵਾਰ ਹਰਮੇਲ ਸਿੰਘ ਹੋਠੀ ਦਾ ਕਮੈਂਟ ਤੁਹਾਡੇ ਸਕਰੀਨ ਦੇ ਉੱਪਰ ਆ, ਉਹ ਕਹਿ ਰਹੇ ਨੇ ਭਾਰਤ ਵਿੱਚ ਸਾਰੇ ਗੁਰਦੁਆਰਿਆਂ ਦਾ ਕੰਟਰੋਲ ਸਿਰਫ ਇੱਕੋ ਹੀ ਸੰਸਥਾ ਦੇ ਹੇਠ ਹੋਣਾ ਚਾਹੀਦਾ ਹੈ, ਪਰ ਇਹ ਕੰਟਰੋਲ ਪਿਛਲੇ ਕੁਝ ਸਾਲਾਂ ਵਿੱਚ ਇੱਕੋ ਹੀ ਪਰਿਵਾਰ ਦੇ ਕਬਜ਼ੇ ਹੇਠ ਹੋਣ ਕਰਕੇ ਅਤੇ ਇਸ ਦੀ ਦੁਰਵਰਤੋਂ ਹੋਣ ਕਰਕੇ ਵੱਖਰੀਆਂ ਕਮੇਟੀਆਂ ਦੀ ਮੰਗ ਪੈਦਾ ਹੋਈ ਹੈ, ਪਰ ਸਾਰੇ ਗੁਰਦੁਆਰਿਆਂ ਸਾਹਿਬ ਦਾ ਕੰਟਰੋਲ ਇੱਕੋ ਹੀ ਸੰਸਥਾ ਹੇਠ ਹੋਣਾ ਚਾਹੀਦਾ। ਹਰਮੇਲ ਸਿੰਘ ਹੋਠੀ ਨੇ ਮੇਰੇ ਖਿਆਲ ਬਹੁਤ ਵਧੀਆ ਸਮ ਅਪ ਕਰ ਦਿੱਤਾ ਵਾ। ਖੈਰ, ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਰ, ਰਿੰਕੂ ਰਾਏ ਬੋਲਦਾ। ਹਾਂਜੀ ਰਿੰਕੂ ਰਾਏ ਜੀ। ਸਰ, ਅੱਜ ਦਾ ਜਿਹੜਾ ਟੌਪਿਕ ਹੈਗਾ ਆਪਣਾ ਚੱਲਦਾ ਪਿਆ ਵੀ ਜਿਹੜੀ ਵੱਖਰੀ ਕਮੇਟੀ ਹੋਈ ਹੈ ਹਰਿਆਣੇ ਦੀ, ਸੋ ਅਕਾਲੀ ਦਲ ਦੇ ਨਾਲ BJP ਦਾ ਕਦੋਂ ਤੋਂ ਸਰ ਇਹਨਾਂ ਦੀ ਜੁਆਇਨਿੰਗ ਆ, ਤੁਸੀਂ ਮੈਨੂੰ ਦੱਸ ਸਕਦੇ ਪਲੀਜ਼? 1996-97 ਦੀ। ਅਕਾਲੀ ਦਲ 1996-97 ਦੀ, ਰਾਈਟ। ਉਸ ਤੋਂ ਬਾਅਦ ਕਿੰਨੀ ਵਾਰੀ ਚੋਣਾਂ ਹੋਈਆਂ SGPC ਜਿਹੜੀਆਂ ਪੰਜਾਬ ਦੇ ਇੰਕਲੂਡਡ ਹੋਰ ਆਪਣੇ? ਹਾਂ, ਰੈਗੂਲਰਲੀ ਚੋਣਾਂ ਨਹੀਂ ਹੋਈਆਂ ਗੁਰਦੁਆਰਾ SGPC ਦੀਆਂ, ਇੱਕ ਜਾਂ 2 ਵਾਰੀ ਹੋਈਆਂ ਸਰ, ਰਾਈਟ। ਸੋ ਉਹਦਾ ਰੀਜ਼ਨ ਇਹ ਆ, ਹੁਣ ਸਰ BJP ਨੂੰ ਪਤਾ ਆ ਅਕਾਲੀ ਦਲ ਤੇ ਚਟਾਲਿਆਂ ਦਾ ਗੱਠ ਜੋੜਿਆ, ਪਿੱਛੇ ਰੈਲੀ ਹੋ ਕੇ ਹਟੀ ਆ, ਸ਼ਾਇਦ ਤੁਹਾਨੂੰ ਪਤਾ ਹੋਊਗਾ, ਹਾਂਜੀ, ਸਾਰੀਆਂ ਪਾਰਟੀਆਂ ਦੀ ਹਰਿਆਣੇ ਦੇ ਵਿੱਚ। ਹਾਂ, 26 ਤਰੀਕ ਨੂੰ ਜੀ। ਉੱਥੇ ਹਾਂਜੀ, ਉੱਥੇ ਪਤਾ ਸਰ ਉਹਨਾਂ ਨੂੰ ਇਹ ਪਤਾ ਆ ਵੀ ਸਾਨੂੰ ਤਾਂ ਕੋਈ ਬੈਨੀਫਿਟ ਹੈ ਨਹੀਂਗਾ ਅਕਾਲੀਆਂ ਤੋਂ। ਸੋ ਜੇ ਉੱਥੇ ਵੱਖਰੀ ਕਮੇਟੀ ਬਣਦੀ ਵੀ ਆ, ਉਹਦਾ ਡੈਂਟ ਅਕਾਲੀਆਂ ਨੂੰ ਪਊਗਾ। BJP ਸਟਿਲ ਫਾਇਦੇ 'ਚ ਆ ਉੱਥੇ, ਠੀਕ ਹੈ। ਨੰਬਰ 1 ਜੇ ਸੋਚੋ। ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਜਿਹੜੀ ਜੇ BJP ਪੰਜਾਬ ਦੇ ਵਿੱਚ ਚੋਣਾਂ ਨਹੀਂ ਕਰਾਉਣਾ ਚਾਹੂਗੀ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੇਨ ਪਾਰਟੀ ਆ ਆਮ ਆਦਮੀ ਪਾਰਟੀ ਆ, ਸੋ ਉਹਦੇ ਵਿੱਚ ਝਗੜੇ 'ਚ ਨਹੀਂ, ਇਹ ਸਿਰਫ ਇਲੈਕਸ਼ਨਾਂ ਲਈ ਬੈਨੀਫਿਟ ਕਰਕੇ ਕੀਤਾ ਜਾ ਰਿਹਾ। ਬਣਨਾ ਬਣਾਉਣਾ ਕੁਛ ਨਹੀਂ, ਇਹ ਵੀ ਇਹਨਾਂ ਦੇ ਬੰਦੇ ਹੀ ਆ, ਇਹ ਤੁਹਾਨੂੰ ਗਾਹ ਪਤਾ ਲੱਗ ਜਾਣਾ, ਜਿਹੜੇ ਬਣਨੇ ਆ ਇਹਨਾਂ ਦੇ ਬੰਦੇ ਆ। ਸੋ ਇਹ ਚੱਕਰ ਜਿਹੜਾ ਹੈਗਾ ਇਹ ਸਿਰਫ ਇੱਕ ਰਾਜਨੀਤੀ, ਜਿਹੜੀ ਕਾਸਟ ਦੀ ਰਾਜਨੀਤੀ ਹੋਣੀ ਆ, ਕਿਉਂਕਿ ਜਿਹੜਾ ਇਹਨਾਂ ਨੂੰ ਪਤਾ ਵੀ ਜਿਹੜਾ ਡੈਂਟ ਜਿਹੜਾ ਆ, ਜਿਹੜੀ ਮੇਨ ਵੋਟ ਹੈਗੀ ਅਕਾਲੀ ਦਲ ਦੇ ਨਾਲ, ਉਹ ਸਵਿਚ ਹੋ ਕੇ ਉਧਰ BJP ਨੂੰ ਵੀ ਪੈ ਜਾਣੀ ਹੈ। ਜਿਹੜਾ ਜੇ ਨੁਕਸਾਨ ਜਿਹੜਾ ਆ ਅਕਾਲੀ ਦਲ ਨੂੰ ਹੋਣਾ, ਇਹੀ ਚਾਹੁੰਦੀ ਆ BJP। ਮਿਹਰਬਾਨੀ, ਥੈਂਕ ਯੂ ਰਿੰਕੂ ਰਾਏ। ਮੀਨਵੈਲ ਦਰਸ਼ਨ ਧਾਲੀਵਾਲ ਦਾ ਵੀ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ ਕਿ ਸਾਰੀਆਂ ਸਿੱਖ ਸੰਸਥਾਵਾਂ ਨੂੰ, ਸਾਰੇ ਸਿੱਖ ਬੁੱਧੀਜੀਵੀਆਂ ਨੂੰ ਇਕੱਠੇ ਬਹਿ ਕੇ ਇਹਨੂੰ ਮਸਲਾ ਸੌਟ ਆਊਟ ਕਰਨਾ ਚਾਹੀਦਾ ਵਾ। ਇੱਕੋ ਹੀ ਸਿੱਖ ਬਾਡੀ ਹੋਣੀ ਚਾਹੀਦੀ ਆ, ਸਿੱਖ ਮਸਲਿਆਂ ਨੂੰ ਦੇ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਹ ਦਰਸ਼ਨ ਧਾਲੀਵਾਲ ਦਾ ਕਮੈਂਟ ਹੈ। ਦਲਜੀਤ ਸਿੰਘ ਮਾਨ ਦਾ ਵੀ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ, ਉਹ ਵੀ ਤੁਹਾਨੂੰ ਅਸੀਂ ਹੁਣੇ ਸਕਰੀਨ ਤੇ ਸ਼ੇਅਰ ਕਰਦੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦਲਜੀਤ ਸੰਧੂ ਬੋਲ ਰਿਹਾ। ਹਾਂਜੀ ਦਲਜੀਤ ਜੀ। ਸੰਧੂ ਸਾਹਿਬ, ਜਿਹੜਾ ਅੱਜ ਵਾਲਾ ਟੌਪਿਕ ਹੈ ਨਾ ਵੀ ਇਹਦਾ ਰਾਜਨੀਤੀ ਤੇ ਸਿੱਖ ਰਾਜਨੀਤੀ ਤੇ ਕੀ ਅਸਰ ਪਊਗਾ, ਮੈਂ ਪਹਿਲਾਂ ਤਾਂ ਗੱਲ ਕਰਦਾ ਵੀ ਕੋਈ ਵੀ ਜਿਹੜਾ ਮਸਲਾ ਜਾਂ ਕੋਈ ਵੀ ਕਮੇਟੀ ਬਣਨੀ ਜਾਂ ਕੋਈ ਗੱਲ ਹੁੰਦੀ ਹੈ ਨਾ, ਉਹਦਾ ਇੱਕ ਪੱਖ ਨਹੀਂ ਹੁੰਦਾ ਵੀ ਨੁਕਸਾਨ ਹੀ ਹੋਊਗਾ ਤੇ ਫਾਇਦਾ ਨਾ ਹੋਊਗਾ, ਜਾਂ ਫਾਇਦਾ ਹੀ ਹੋਊ ਤੇ ਨੁਕਸਾਨ ਨਾ ਹੋਊਗਾ।
ਉਹਦੇ ਦੋਵੇਂ ਕੰਮ ਹੀ ਹੁੰਦੇ, ਜੇ ਫਾਇਦਾ ਵੀ ਹੋਊ ਤੇ ਨੁਕਸਾਨ ਵੀ ਹੋਊ ਜੀ। ਪਹਿਲੀ ਗੱਲ ਤਾਂ ਵੀ ਕਮੇਟੀ ਬਣਾਉਣ ਦੀ ਲੋੜ ਹੀ ਕਿਉਂ ਪਈ ਹਰਿਆਣੇ ਵਾਲਿਆਂ ਨੂੰ, ਕਿਉਂਕਿ ਹਰਿਆਣੇ ਵਾਲੇ ਦੂਜੇ ਬੋਰਡ ਤਾਂ ਵੱਖਰੇ ਸੀ, ਦਿੱਲੀ ਵਾਲੇ, ਮਹਾਰਾਸ਼ਟਰ ਵਾਲੇ, ਬਿਹਾਰ ਵਾਲੇ, ਉਹ ਤਾਂ ਪਹਿਲਾਂ ਹੀ ਵੱਖਰੇ ਸੀ। ਹਰਿਆਣੇ ਵਾਲੀ ਜਿਹੜੀ ਸਿਆਸਤ ਸੀ ਨਾ, ਉਹ ਪੰਜਾਬ ਨਾਲ ਇੰਟੈਕਟ ਜ਼ਿਆਦਾ ਕਰਦੀ ਹੈ, ਕਿਉਂਕਿ ਪੰਜਾਬ ਦੇ ਵਿੱਚੋਂ ਵੱਖਰੇ ਹੋਏ ਆ। ਤੇ SGPC ਵਾਲੀ ਗੱਲ ਆ ਗਈ ਵੀ SGPC ਤੋਂ ਕਿਉਂ ਵੱਖਰੇ ਚਲਾਉਣ ਦੀ ਲੋੜ ਪੈ ਗਈ। ਕਾਫੀ ਲੰਬੇ ਅਰਸੇ ਤੋਂ ਨਾ ਇੱਕੇ ਪਰਿਵਾਰ ਦਾ ਗਲਬਾ SGPC ਦੇ ਉੱਤੇ ਆ ਗਿਆ ਸੀ, ਤੇ ਉਹ ਦੂਜਿਆਂ ਨੂੰ ਅਹਿਮੀਅਤ ਹੀ ਨਹੀਂ ਦਿੰਦੇ, ਤੇ ਉਹ ਦੂਜੇ ਨੂੰ ਜਦੋਂ ਅਹਿਮੀਅਤ ਹੀ ਨਹੀਂ ਦਿੰਦੇ ਇੱਥੇ SGPC ਦੇ ਵਿੱਚ, ਤੇ ਉਹ ਮੁੜ ਕੇ ਸਰਕਾਰ ਵੱਲ ਨੂੰ ਭੱਜ ਗਏ ਵੀ ਚਲੋ ਤੁਸੀਂ ਹੁਣ ਇੱਧਰ ਨਹੀਂ ਸਾਨੂੰ ਅਹਿਮੀਅਤ ਦਿੰਦੇ ਤੇ ਅਸੀਂ ਆਪਦੀ ਵੱਖਰੀ ਕਮੇਟੀ ਕਰਾ ਲਈ। ਚਲੋ ਕਰਾ ਲਈ ਜੀ, ਮੁਬਾਰਕ ਉਹਨਾਂ ਨੂੰ, ਕਰਾ ਲਈ, ਉਹ ਚਲਾ ਲੈਣ। ਮੈਂ ਸੋਚਦਾ ਕਿ ਜੇ ਕਮੇਟੀ ਵੱਖਰੀ ਹੋ ਜਾਵੇ ਕੋਈ ਹਰਜ ਨਹੀਂਗਾ, ਪਰ ਰੂਲ ਆਫ ਰੈਗੂਲੇਸ਼ਨ ਅਕਾਲ ਤਖਤ ਵਾਲੇ ਚਾਹੀਦੇ ਆ ਮਰਿਆਦਾ ਦੇ ਤੌਰ ਤੇ ਸਾਰੀਆਂ ਕਮੇਟੀਆਂ ਦੇ ਉੱਤੇ ਲਾਗੂ। ਤੇ ਅਕਾਲ ਤਖਤ ਦਾ ਜਥੇਦਾਰ ਚੁਣਨ ਵਾਸਤੇ ਇੱਕ ਇੰਡੀਪੈਂਡੈਂਟ ਕਮੇਟੀ SGPC ਤੋਂ ਵੱਖਰੀ ਚੁਣੀ ਹੋਣੀ ਚਾਹੀਦੀ ਹੈ, 5 ਜਾਂ 7 ਜਾਂ 10 ਬੰਦਿਆਂ ਦੀ। ਕੁਝ ਵਿਦੇਸ਼ੀ ਸਿੱਖ ਵੀ ਹੋਣ ਜਿਹੜੇ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ। ਪਰ ਉਹਦੇ 'ਚ ਦਲਜੀਤ ਸੰਧੂ ਜੀ, ਜੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਹੋਊਗੀ ਤੇ ਫਿਰ ਅਕਾਲ ਤਖਤ ਦਾ ਵੀ ਸੈਂਟਰਲ ਕੰਟਰੋਲ ਕਿਵੇਂ ਰਹੂਗਾ ਫਿਰ? ਪਰ ਉਹ ਮੁਸ਼ਕਲਾਂ ਤਾਂ ਇੱਥੇ ਇਹ ਖੜੀਆਂ ਹੁੰਦੀਆਂ ਨਾ ਵੀ ਜਦੋਂ ਅਸੀਂ ਅਕਾਲ ਤਖਤ ਦੇ ਉੱਤੇ ਵੀ ਇੱਕ ਪਰਿਵਾਰਕ ਗਲਬਾ ਹੋ ਜਾਂਦਾ ਤੇ ਫਿਰ ਉਹ ਦੂਜੇ ਫਿਰ ਰੌਲਾ ਤੇ ਸਿਰਫ ਇੱਕੋ ਹੀ ਪਰਿਵਾਰ ਦਾ ਵਾ, ਲੇਕਿਨ ਉਹ ਇੱਕ ਪਰਿਵਾਰ ਕਰਕੇ ਆਪਾਂ ਵੱਡਾ ਨੁਕਸਾਨ ਨਾ ਕਰ ਲਈਏ, ਇਹਦੀ ਪ੍ਰੋਬਲਮ ਆ। ਆਪਾਂ ਇਹ ਤੇ ਕਹਿੰਦੇ ਆ ਵੀ ਅਕਾਲ ਤਖਤ ਦਾ ਕੰਟਰੋਲ ਹੋਣਾ ਚਾਹੀਦਾ, ਪਰ ਅਕਾਲ ਤਖਤ ਦਾ ਕੰਟਰੋਲ ਕਿਵੇਂ ਰਹੂਗਾ ਜੇ ਵੱਖਰੀਆਂ ਵੱਖਰੀਆਂ ਕਮੇਟੀਆਂ ਹੋਣਗੀਆਂ? ਉਹ ਤੇ ਫਿਰ ਹਰ ਥਾਂ ਤੇ ਹਰ ਤਖਤ ਜਿਹੜਾ ਆਪਣਾ ਇੰਡੀਪੈਂਡੈਂਟ ਚੱਲੂਗਾ। ਫਿਰ ਕੋਈ ਗੱਲ ਕਰਨ ਲੱਗਾ ਨਾ ਵੀ ਚਲੋ ਫਾਇਦਾ ਤਾਂ ਮੈਂ ਦੱਸਤਾ ਵੀ ਇਹ ਆਪਣੀ ਆਜ਼ਾਦ ਹਸਤੀ ਨਾਲ ਦੀ ਡਿਵੈਲਪਮੈਂਟ ਕਰ ਲੈਣਗੇ ਗੁਰਦੁਆਰਿਆਂ ਦੀ, ਪਰ ਨੁਕਸਾਨ ਇਹ ਹੋਣਾ ਵੀ ਕੱਲ ਨੂੰ ਕਿਤੇ ਲੰਮਾ ਸਮਾਂ ਪਾ ਕੇ ਕਮੇਟੀਆਂ ਧਾਰਮਿਕ ਤੌਰ ਤੇ ਇੱਕ ਦੂਜੇ ਨਾਲ ਟਕਰਾ ਚ ਆ ਗਈਆਂ, ਫਿਰ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ। ਜਿਹੜਾ ਇੱਕ ਦਲਜੀਤ ਸੰਧੂ ਜੀ ਸੁਝਾਅ ਸੀਗਾ, ਜਿਹੜਾ ਡਰਾਫਟ ਬਣਿਆ ਸੀ ਗੁਰਦੁਆਰਾ ਐਕਟ ਦਾ, ਉਹਦੇ ਤਹਿਤ ਜੋ ਡਰਾਫਟ ਬਣਿਆ ਵਾ ਉਹ ਇਹ ਵਾ ਵੀ ਆਲ ਇੰਡੀਆ ਗੁਰਦੁਆਰਾ ਐਕਟ ਹੋਊਗੀ, ਇੱਕ ਆਲ ਇੰਡੀਆ ਗੁਰਦੁਆਰਾ ਬੋਡੀ ਹੋਊਗੀ, ਔਰ ਉਹ ਬੋਡੀ ਥੱਲੇ ਸਿਰਫ 5 ਤਖਤ ਔਰ ਦਰਬਾਰ ਸਾਹਿਬ, ਉਹ ਜਿਹੜੀ ਸੈਂਟਰਲ ਬੋਡੀ ਆ ਉਹ ਲੁੱਕ ਆਫਟਰ ਕਰੂਗੀ। 5 ਤਖਤ ਜਿਹੜੇ ਆਪਾਂ ਨੂੰ ਪਤਾ ਹੀ ਆ, ਸ਼੍ਰੀ ਅਕਾਲ ਤਖਤ ਸਾਹਿਬ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ। ਇਹਨਾਂ ਤੋਂ ਇਲਾਵਾ ਦਰਬਾਰ ਸਾਹਿਬ ਦਾ ਕੰਟਰੋਲ ਇਸ ਸੈਂਟਰਲ ਬੋਡੀ ਕੋਲ ਹੋਊਗਾ। ਬਾਕੀ ਸਾਰੀਆਂ ਸਟੇਟਾਂ ਦੀਆਂ ਵੱਖਰੀਆਂ ਵੱਖਰੀਆਂ 9 ਸਬ ਕਮੇਟੀਆਂ ਹੋਣਗੀਆਂ ਜਾਂ ਸਬ ਬੋਡੀਜ਼ ਹੋਣਗੀਆਂ ਵੱਖਰੀਆਂ। ਸੋ ਇਹ ਸੀਗਾ ਆਲ ਇੰਡੀਆ ਗੁਰਦੁਆਰਾ ਐਕਟ ਦਾ ਜਿਹੜਾ ਖਰੜਾ ਸੀ, ਜਿਹੜਾ ਤਿਆਰ ਹੋਇਆ ਸੀਗਾ। ਸੋ ਉਹ ਹੁਣ ਪਾਸੇ ਰਹਿ ਜਾਣਾ ਵਾ ਤੇ ਹੁਣ ਇੱਕ ਵੱਖਰੀਆਂ ਵੱਖਰੀਆਂ ਕਮੇਟੀਆਂ ਜਿਹੜੀਆਂ ਵਾ ਉਹ ਬਣ ਜਾਣੀਆਂ ਵਾ। ਜੀ ਦਲਜੀਤ ਮੀਨਵਾਈਲ ਸਾਡੇ ਨਾਲ ਪ੍ਰਗਟ ਸਿੰਘ ਬੱਲ, ਰਵਿੰਦਰਜੀਤ ਪੰਦੇਰ, ਦਲਜੀਤ ਸਿੰਘ ਮਾਨ ਤੇ ਲਖਵੀਰ ਸਿੰਘ ਦੇ ਵੀ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਪ੍ਰਗਟ ਸਿੰਘ ਬੱਲ ਦਾ ਕਮੈਂਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ। ਪ੍ਰਗਟ ਸਿੰਘ ਬੱਲ ਨੇ ਸਵਾਲ ਵੀ ਉਹਨਾਂ ਨੇ ਵਿਚਾਰ ਵੀ ਆਪਾਂ ਸੁਣ ਲਿਆ। ਸੋ ਦਲਜੀਤ ਸਿੰਘ ਮਾਨ ਦਾ ਕਮੈਂਟ ਅਸੀਂ ਸ਼ੇਅਰ ਜ਼ਰੂਰ ਕਰਨਾ ਚਾਹਾਂਗੇ ਤੁਹਾਡੇ ਨਾਲ, ਕਿਉਂਕਿ ਉਹ ਹਾਲੀ ਕਾਲ ਤੇ ਨਹੀਂ ਆਏ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਹਾਂਜੀ ਸੋਢੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਗੱਲ ਇਹ ਆ ਵੀ ਸਿੱਖ ਕੌਮ ਹੈਗੀ ਆ ਭੋਲੀ। ਹਾਂ, ਜਿੱਧਰ ਨੂੰ ਕੋਈ ਦਿਲ ਕਰਦਾ ਉਹਨੂੰ ਲਾ ਲੈਂਦਾ। ਇਸ ਗੱਲ ਦੇ ਵਿੱਚ ਸਿੱਖ ਕੌਮ ਨੇ ਜਿੰਨਾ ਕੁ ਨੁਕਸਾਨ ਅੱਗੇ ਉਠਾ ਲਿਆ ਨਾ, ਉਹ ਮਤਲਬ ਸਾਨੂੰ ਅਜੇ ਲੱਗਦਾ ਇਨਫ ਨਹੀਂ ਸੀ, ਅਸੀਂ ਹੋਰ ਨੁਕਸਾਨ ਅਜੇ ਉਠਾਉਣਾ ਜੀ, ਕਿਉਂਕਿ ਅਸੀਂ ਕਿਸੇ ਦੀ ਗੱਲ ਮੰਨਦੇ ਹੀ ਨਹੀਂ, ਕਿਸੇ ਦੀ ਸੁਣਦੇ ਹੀ ਨਹੀਂ। ਹੁਣ 47 ਦੇ ਵਿੱਚ ਸਿੱਖਾਂ ਨੇ ਆਪਣਾ ਥੋੜਾ ਵਡਾਂਗਾ ਕਰਾਇਆ ਔਰ ਥੋੜਾ ਨੁਕਸਾਨ ਕਰਾਇਆ। ਸਹੀ ਗੱਲ ਹੈ। ਜੇ ਮੁਸਲਮਾਨ ਆਪਣਾ ਦੇਸ਼ ਲੈ ਸਕਦੇ ਸੀ, ਹਿੰਦੂ ਲੈ ਸਕਦੇ ਸੀ, ਸਿੱਖ ਕਿਉਂ ਨਹੀਂ ਸੀ ਲੈ ਸਕਦੇ? ਉਹ 2 ਦੇ 3 ਕਰ ਜਾਂਦੇ, ਉਹਨਾਂ ਨੂੰ ਕੀ ਦਿੱਕਤ ਸੀ? ਕਿਸੇ ਨੇ ਚੰਗੀ ਤਰ੍ਹਾਂ ਮੰਗ ਚੁੱਕੀ ਰੱਖੀ ਨਹੀਂ, ਉਦੋਂ ਸੋਚ ਹੀ ਨਹੀਂ ਸੀ। ਅੱਛਾ, ਉਦੋਂ ਬਾਅਦ 66 ਦੇ ਵਿੱਚ ਤੁਸੀਂ ਜਾ ਕੇ ਫੇਰ ਪਹਿਲਾਂ ਨਾਲੇ ਪੰਜਾਬ ਨੂੰ ਵੰਡ ਲਿਆ, ਨਾਲੇ ਤੁਸੀਂ 5ਵਾਂ ਤਖਤ ਬਣਾ ਲਿਆ। ਕਿਸੇ ਨੇ ਸਿੱਖ ਕੌਮ ਦਾ ਉਦੋਂ ਕੋਈ ਸਰਬੱਤ ਖਾਲਸਾ ਆਈ ਸੀ ਵੀ 5ਵਾਂ ਤਖਤ ਕਾਹਦੇ ਵਾਸਤੇ ਆ? 5ਵਾਂ ਤਖਤ ਕਾਹਦੇ ਵਾਸਤੇ ਹੈ? 4 ਤਖਤ ਸੀ ਨਾ ਪਹਿਲਾਂ, 1965 ਤੱਕ 4 ਤਖਤ। ਮੇਰੇ ਕੋਲ ਅਜੇ ਗੁਟਕਾ ਹੈਗਾ, ਉਹਦੇ ਲਿਖਿਆ 4 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲਣਾ ਜੀ ਵਾਹਿਗੁਰੂ। 5ਵਾਂ ਤਖਤ ਦਮਦਮਾ ਸਾਹਿਬ ਬਣਾਇਆ ਜੀ। ਦਮਦਮਾ ਸਾਹਿਬ ਨੂੰ ਤਖਤ ਮਤਲਬ ਸਿਰਫ ਇੱਕੋ ਗੱਲ ਸੀ ਵੀ 2 ਪੰਜਾਬ 'ਚ ਨੇ, ਅੰਮ੍ਰਿਤਸਰ ਵਾਲਾ ਤੇ ਅਨੰਦਪੁਰ ਸਾਹਿਬ ਵਾਲਾ, ਤੇ 2 ਬਾਹਰ ਨੇ। ਇਹ ਸਾਨੂੰ ਕਿਤੇ ਠਿੱਬੀ ਨਾ ਲੱਗ ਜੇ ਤੇ ਕੋਰਮ ਪੂਰਾ ਕਰਨ ਵਾਸਤੇ ਇੱਕ 5ਵਾਂ ਬਣਾ ਲਿਆ। ਉਹ ਕਿਸੇ ਦੀ ਮਰਜ਼ੀ ਤੋਂ ਬਗੈਰ ਬਣਾਇਆ।
ਜੀ ਜਿਹੜੇ ਬਾਦਲ ਨੇ ਆ 2016 ਕਿੰਨੀ 14-15 ਦੇ ਵਿੱਚ ਜਦੋਂ ਨਲਵੀ ਨੇ ਤੇ ਝਿੰਡੇ ਨੇ ਕਮੇਟੀ ਪਾਸ ਕਰਾਈ ਸੀ, ਮਨਮੋਹਨ ਸਿੰਘ ਦੀ ਸਰਕਾਰ ਸੀ, ਤੇ ਬਾਦਲ ਸਾਹਿਬ ਨੇ ਕਿਹਾ ਸੀ ਵੀ ਮੈਂ ਅਕਾਲ ਤਖਤ ਤੇ ਜਾ ਕੇ ਸ਼ਹੀਦੀ ਦੇ ਦਿਆਂਗਾ ਜੇ ਹਰਿਆਣਾ ਕਮੇਟੀ ਬਣੀ ਤੇ ਜਿੱਦਣ ਤੁਸੀਂ ਸੰਤੋਖ ਸਿੰਘ ਨੂੰ ਨਾਲ ਜਾ ਕੇ ਇੰਦਰਾ ਗਾਂਧੀ ਦੇ ਘਰ ਬਹਿ ਕੇ ਤੇ ਦਿੱਲੀ ਕਮੇਟੀ ਬਣਾਈ ਸੀ, ਉਦਣ ਸ਼ਹੀਦੀ ਕਿਉਂ ਨਾ ਦਿੱਤੀ ਜੀ? ਜੇ ਦਿੱਲੀ ਕਮੇਟੀ ਬਾਦਲ ਸਾਹਿਬ ਨਾਲ ਜਾ ਕੇ ਬਣਵਾ ਸਕਦੇ ਤੇ ਹਰਿਆਣੇ ਦੀ ਕੀ ਦਿੱਕਤ ਆ? ਹੁਣ ਦਲਜੀਤ ਸਿੰਘ ਸੰਧੂ ਨੇ ਬਹੁਤ ਵਧੀਆ ਗੱਲ ਕਹੀ ਸੀ ਵੀ ਕਮੇਟੀ ਆਪਣੇ ਤੌਰ ਤੇ ਕੰਮ ਕਰੇ ਤੇ ਅਕਾਲ ਤਖਤ ਦਾ ਜਥੇਦਾਰ ਵੱਖਰਾ ਹੋਵੇ। ਆਪਣੇ ਦਿਮਾਗ ਦੇ ਵਿੱਚ ਸ੍ਰੀ ਅਕਾਲ ਤਖਤ 3 ਕਰੋੜ ਸਿੱਖ ਨੂੰ ਸੇਧ ਦੇਵੇ, ਕਮੇਟੀਆਂ ਆਪੇ ਵਿੱਚ ਆ ਜਾਣਗੀਆਂ। ਪਹਿਲਾਂ ਅਕਾਲ ਤਖਤ ਦੇ ਜਥੇਦਾਰ ਜਾਂ ਸਰਬਰਾਹ ਜਾਂ ਜੋ ਵੀ ਉਦੋਂ ਹੁੰਦੇ ਸੀ, ਅਕਾਲੀ ਫੂਲਾ ਸਿੰਘ ਨੇ ਮਤਲਬ ਹੁਕਮ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਥਮਲੇ ਨੂੰ ਜੱਫਾ ਮਾਰ ਦਿਆ ਵੀ ਮਾਰ ਦੋ ਮੈਨੂੰ ਕੋਲੜੇ। ਅੱਜ ਦੁੱਕੀ ਦਾ ਬੰਦਾ ਹੁੰਦਾ, ਉਹ ਕਹਿੰਦਾ ਅਕਾਲ ਤਖਤ ਦਾ ਜਥੇਦਾਰ ਕੌਣ ਹੈ? ਅਸੀਂ ਭੱਠਾ ਆਪਣਾ ਆਪ ਭਾਉਣ ਡਿਆ ਕਿ ਕੋਈ ਭਾਉਣ ਡਿਆ ਸਾਡਾ? ਹੁਣ ਮੈਂ ਇੱਕ ਗੱਲ ਤੁਹਾਨੂੰ ਹੋਰ ਜਾਂਦੀ ਵਾਰੀ ਦੱਸ ਦਿਆਂ, 90-95% ਸਿੱਖਾਂ ਨੂੰ ਜਿਹੜੀ ਪਤਾ ਹੀ ਨਹੀਂ, ਸਿੱਖ ਏਡੀ ਭਲੀ ਕੌਮ ਹੈ ਵੀ ਇਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਇਤਿਹਾਸਕ ਗੁਰਦੁਆਰਾ ਉਹਦਾ ਨੀਂਹ ਪੱਥਰ ਉਸ ਬੰਦੇ ਕੋਲੋਂ ਰਖਾ ਲਿਆ ਜਿਨ੍ਹਾਂ ਨੇ ਮਤਲਬ ਆਮ ਤੌਰ ਤੇ ਹੁੰਦਾ ਨਾ ਵੀ ਸਿੱਖ ਪੰਥ ਕਿਸੇ ਨੂੰ ਤਨਖਾਹੀਆ ਕਰਾਰ ਦੇ ਕੇ ਛੇਕਦਾ ਪੰਥ ਚੋਂ, ਉਹਨਾਂ ਨੇ ਆਪ ਪੰਥ ਛੇਕਿਆ ਸੀ। ਉਹਨਾਂ ਨੇ ਕਿਹਾ ਸੀ ਵੀ ਸਾਡਾ ਪੰਥ ਨਾਲ ਕੋਈ ਲੈਣਾ ਦੇਣਾ, ਅਸੀਂ ਅੱਜ ਤੋਂ ਬਾਅਦ ਨਹੀਂ ਆਉਣਾ। ਉਸ ਬੰਦੇ ਨੇ ਇੱਕ ਬੜੇ ਵੱਡੇ ਗੁਰਦੁਆਰੇ ਦਾ, ਮੈਂ ਪਿਛਲੇ ਸਾਲ ਇੰਡੀਆ ਗਿਆ ਤੇ ਮੈਂ ਗੁਰਦੁਆਰੇ ਮੈਂ ਫੋਟੋ ਖਿੱਚ ਕੇ ਲਿਆਂਦੀ ਆ, ਤੁਹਾਨੂੰ ਕਿਸੇ ਦਿਨ ਮੈਂ ਫੋਟੋ ਭੇਜਾਂਗਾ, ਉੱਥੇ ਵੱਖਰਾ ਪ੍ਰੋਗਰਾਮ ਕਰਿਓ ਵੀ ਆਹ ਬੰਦੇ ਨੂੰ ਕਿੰਨੇ ਉੱਥੇ ਲੈਂਦਾ ਜਿਹੜਾ ਸਿੱਖੀ ਨਾਲ ਵਾਸਤਾ ਹੀ ਕੋਈ ਨਹੀਂਗਾ। ਇਹ ਕੌਣ ਹੈ ਜੀ? ਇਹ ਮੈਂ ਤੁਹਾਨੂੰ 에ਅਰ ਤੇ ਨਹੀਂ ਦੱਸਦਾ, ਮੈਂ ਤੁਹਾਨੂੰ ਆ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਭੇਜ ਦਿਆਂਗਾ ਤੇ ਤੁਸੀਂ ਕਿ ਪ੍ਰੋਗਰਾਮ ਕਰ ਲਿਓ ਤੇ ਮੇਰਾ ਇੰਨਾ ਕੁ ਮੜ ਜਾ ਦੱਸ ਦਿਓ ਵੀ ਖੋਜ ਉਸ ਬੰਦੇ ਨੇ ਕੱਢੀ। ਸ਼ੋਰ ਜੀ ਸ਼ੋਰ, ਥੈਂਕ ਯੂ ਸੋਰੀ ਸਾਹਿਬ। ਮੀਨਵੈਲ ਗੁਰਪ੍ਰੀਤ ਸੇਖੋ ਬੰਟੂ, ਸਤਨਾਮ ਸਿੰਘ ਧਾਮੀ, ਅਰਸਾਲ ਢਿੱਲੋਂ ਤੇ ਦਲਜੀਤ ਸੰਧੂ ਦੇ ਵੀ ਤਾਜ਼ੇ ਕਮੈਂਟ ਆਏ ਨੇ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਇੱਕ ਆਲ ਇੰਡੀਆ ਅਥਾਰਟੀ ਹੋਣੀ ਚਾਹੀਦੀ ਹੈ ਸਾਰੇ ਗੁਰਦੁਆਰਿਆਂ ਨੂੰ ਰਨ ਕਰਨ ਵਾਸਤੇ, ਬਟ ਪਾਵਰ ਸ਼ੁੱਡ ਬੀ ਡਿਵਾਈਡਡ, ਪਾਵਰ ਨੂੰ ਵੰਡਿਆ ਹੋਣਾ ਚਾਹੀਦਾ ਵਾ ਬਾਕੀ ਸਾਰਿਆਂ ਦੇ ਵਿੱਚ। ਇਹ ਸਤਨਾਮ ਸਿੰਘ ਧਾਮੀ ਦਾ ਕਮੈਂਟ ਹੈ ਜਿਹੜਾ ਸਕਰੀਨ ਤੇ ਸ਼ੇਅਰ ਵੀ ਕਰ ਰਹੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਰਾਜ ਬੋਲ ਰਿਹਾ। ਹਾਂਜੀ ਰਾਜ। ਹਾਂਜੀ, ਇਸ ਕੋਈ ਦੋ ਰਾਏ ਨਹੀਂ ਹੈਗੀ ਜੀ। ਸਿੱਖਾਂ ਨੇ ਜਿੰਨੀ ਨੁਕਸਾਨ ਪਹੁੰਚਾਇਆ ਬਾਦਲ ਨੇ, ਜਿਸ ਤਰ੍ਹਾਂ ਹੁਣ 47 ਦੀ ਗੱਲ ਕਰੇ ਸੀ ਕਿ ਆਪਣਾ ਸਿੱਖ ਰਾਜ ਮੰਗ ਲੈਂਦੇ, ਉਸ ਟਾਈਮ ਹੁਣ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਉਸ ਟਾਈਮ ਸਾਨੂੰ ਕੋਈ ਸਿੱਖ ਲੀਡਰ ਨਹੀਂ ਮਿਲੇ। ਤੇ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਸੋਚੀਏ ਤੇ ਸਾਡੇ ਕੋਲ ਜਿੰਨੇ ਸਭ ਤੋਂ ਜਿਹੜੇ ਪੰਜਾਬ ਜਿਹੜਾ ਆਇਆ ਹੈ ਉਹਨੂੰ ਨੁਕਸਾਨ ਪਹੁੰਚਾਉਣ ਵਾਲੇ ਬਾਦਲ, ਉਹਨਾਂ ਬਾਰੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੋਏਗੀ ਕਿ ਉਸ ਟਾਈਮ ਜਿਹੜੇ ਹੈਗੇ ਸੀ ਅਸੀਂ ਲੋਕ ਹੈਗੇ ਸੀ, ਉਹ ਆਪਣੇ ਪੰਜਾਬ ਨੂੰ ਬਚਾ ਨਹੀਂ ਪਾਏ ਜਿਹੜੀਆਂ ਇੰਨੀਆਂ ਕਮੇਟੀਆਂ ਬਣ ਗਈਆਂ। ਹੁਣ ਸਿੱਖਾਂ ਦੇ ਗੁਰਦੁਆਰੇ ਹੈਗੇ ਜੀ ਪੰਜਾਬ ਦੇ ਕਿੰਨੇ ਗੁਰਦੁਆਰੇ, ਉੱਥੇ ਹੁਣ ਬੇਅਦਬੀ ਦੇ ਮਾਮਲੇ ਕਈ ਹੋਏ ਹੈ। ਇਹਨਾਂ ਨੂੰ ਚਾਹੀਦਾ ਸੀ ਪੈਸੇ ਦੇ ਕੇ ਕੈਮਰੇ ਲਗਾਉਂਦੇ ਜਾਂ ਕੁਛ ਕਰਦੇ, ਉਹਦਾ ਪੂਰਾ ਇੰਤਜ਼ਾਮ ਕਰਦੇ, ਉਹਦਾ ਜੋ ਵੀ ਹੋਇਆ ਸੀ ਬੇਅਦਬੀ ਦਾ ਉਹਦਾ ਪੂਰਾ ਲੈਂਦੇ, ਪਤਾ ਕਰਦੇ ਕਿਹਦਾ ਹੋਈ ਤੇ ਉਹਨੂੰ ਫੜਦੇ ਜਾਂ ਕਰਦੇ। ਹੁਣ ਗੁਰਦੁਆਰੇ ਦੇ ਵਿੱਚ ਗ੍ਰੰਥੀ ਵਿਚਾਰੇ ਇੰਨੇ ਗਰੀਬ ਹੈਗੇ, ਉਹਨਾਂ ਨੂੰ ਤਨਖਾਹ ਵਧਾਉਣ, ਉਹਨਾਂ ਨੂੰ ਕਹਿਣ ਤੁਸੀਂ ਬੱਚਿਆਂ ਨੂੰ ਇੱਥੇ ਗੁਰਦੁਆਰੇ ਦੀ ਜਗ੍ਹਾ ਖੁੱਲੀ ਹੈਗੀ, ਬੱਚਿਆਂ ਨੂੰ ਪੜ੍ਹਾਇਆ ਕਰੋ, ਉਹ ਵਿਚਾਰੇ ਖੁਸ਼ ਹੋ ਕੇ ਪੜ੍ਹਾਉਣਗੇ। ਇੱਕ ਕਿਸਮ ਦਾ ਪ੍ਰਚਾਰ ਵੀ ਹੋ ਜਾਏਗਾ। ਹੁਣ ਇੱਥੇ ਕੀ ਹੋ ਰਿਹਾ, ਪੰਜਾਬ ਅੱਧਾ ਪੰਜਾਬ ਉਹਨਾਂ ਨੇ ਕ੍ਰਿਸਚਨਾਂ ਨੇ ਘੇਰੇ 'ਚ ਲੈ ਲਿਆ, ਉਹ ਕ੍ਰਿਸਚਨ ਬਣਾਈ ਜਾ ਰਹੇ ਆ ਤੇ ਨਾ ਅਕਾਲ ਸਾਹਿਬ ਦੇ ਅਕਾਲ ਜਥੇ ਸਾਹਿਬ ਤੇ ਵਿਚਾਰੇ ਕੁਝ ਕਰ ਨਹੀਂ ਸਕਦੇ, ਉਹ ਬਾਦਲਾਂ ਦੇ ਕਹਿਣੇ ਤੇ ਚੱਲਦੇ ਆ। ਨਾ ਬਾਦਲਾਂ ਨੂੰ ਕੋਈ ਪਰਵਾਹ ਹੈਗੀ ਸਿੱਖਾਂ ਦੀ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਤੇ ਨਾ ਫਿਰ ਜਥੇਦਾਰ ਸਾਹਿਬ ਨੂੰ ਕੋਈ ਪਰਵਾਹ ਹੈਗੀ ਜਥੇ ਸਾਹਿਬ ਕੀ ਕਰਨ। ਮਤਲਬ ਕਿ ਪੰਜਾਬ ਦਾ ਹਾਲ ਬਹੁਤ ਬੁਰਾ ਕਰ ਦਿੱਤਾ ਜੀ ਇਹਨਾਂ ਬਾਦਲਾਂ ਨੇ। ਪਹਿਲਾਂ ਚਾਹੀਦਾ ਤੇ ਇਹ ਸੀ। ਥੈਂਕ ਯੂ ਰਾਜ, ਥੈਂਕ ਯੂ। ਬੇਸਿਕਲੀ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਜੋ ਵੀ ਹੋਇਆ। ਮੀਨਵੈਲ ਦਲਜੀਤ ਸੰਧੂ, ਮਿਸਕੀ ਗੁਪਤਾ, ਦਵਿੰਦਰ ਲੋਪੋਂ, ਇਹਨਾਂ ਦੇ ਵੀ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਹੋ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ ਇਹ ਤਾਂ ਸਾਰਾ ਬਾਦਲ ਪਰਿਵਾਰ ਨੇ ਬੇੜਾ ਕਰ ਕੀਤਾ ਜੀ। ਬੀਜੇਪੀ ਵਾਸਤੇ ਰਾਹ ਸਿੱਧਾ ਕਰਤਾ ਵੀ ਲੋਕ ਜਿਵੇਂ ਮਰਜ਼ੀ ਤੋੜ ਦੋ ਇਹਨੂੰ। ਬਾਕੀ ਸਿਰਸਾ ਸਾਹਿਬ ਨੇ ਬੜੀ ਵਧੀਆ ਭੂਮਿਕਾ ਨਿਭਾਈ ਦਿੱਲੀ ਦੇ ਵਿੱਚ। ਜਿਹੜੇ ਸ਼੍ਰੋਮਣੀ ਕਮੇਟੀ ਦੇ ਅਦਾਰੇ ਸੀਗੇ ਉਹਨਾਂ ਦਾ ਬੇੜਾ ਕਰ ਕੀਤਾ, ਟੀਚਰਾਂ ਤਨਖਾਹਾਂ ਨਹੀਂ ਦਿੱਤੀਆਂ। ਠੀਕ ਹੈ ਜੀ। ਏਦਾਂ ਹੀ ਇਹਨਾਂ ਨੇ ਜਿਹੜੀਆਂ ਸ਼੍ਰੋਮਣੀ ਦੇ ਅੰਦਰ ਸਿੱਖ ਸੰਸਥਾਵਾਂ ਦੇ ਅਦਾਰੇ ਚੱਲਦੇ ਨੇ ਐਜੂਕੇਸ਼ਨ ਦੇ, ਉਹਨਾਂ ਦਾ ਬੇੜਾ ਕਰ ਕੀਤਾ। ਉਹਨੇ ਟਰਸਟ ਬਣਾ ਕੇ ਆਪਣੇ ਬੰਦਿਆਂ ਲਟਾਇਆ ਤੇ ਸ਼ਰਮ ਦੱਬ ਗਏ ਸਾਰੀ। ਤੇ ਇਹਨਾਂ ਦਾ ਲੋਕਾਂ ਦਾ ਵੀ ਵਿਸ਼ਵਾਸ ਖੋਤਾ ਗੁਰੂ ਦੇ ਵਿੱਚ।
ਲੋਕਾਂ ਨੂੰ ਵੀ ਦੂਜੇ ਪਾਸੇ ਤੋਰਤਾ ਡੇਰਿਆਂ ਵੱਲ ਨੂੰ। ਇਸ ਡੇਰਾਵਾਦ ਨੂੰ ਪ੍ਰਮੋਟ ਕਰਨ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਗੁਰੂ ਦਾ ਤੋੜੋਂ ਬਹੁਤ ਦਾ ਹੱਥ ਹੈ। ਇਹਨਾਂ ਨੇ ਬੇੜਾ ਕਰ ਕੀਤਾ। ਵੈਸੇ ਆਲ ਇੰਡੀਆ ਐਕਟ ਬਣਨਾ ਚਾਹੀਦਾ। ਇਹ ਚੋਣਾਂ ਹੋਣੇ ਚਾਹੀਦੀਆਂ ਹਰ 2 ਸਾਲ ਬਾਅਦ 5 ਸਾਲ ਬਾਅਦ ਜਿਵੇਂ ਹੁੰਦੀਆਂ ਨੇ, ਤੇ ਨਵੇਂ ਪ੍ਰਧਾਨ ਬਣਨੇ ਚਾਹੀਦੇ। ਕਮੇਟੀ ਛੁੱਟਣੀ ਚਾਹੀਦੀ ਹੈ ਕਿਉਂਕਿ ਜਿਹੜਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹਦਾ ਆਊਟਸੋਰਸ ਰੱਖ। ਥੈਂਕ ਯੂ। ਸ਼ੇਰਗਿੱਲ ਸਾਹਿਬ ਦੇ ਵਿਚਾਰ ਤੁਸੀਂ ਸੁਣ ਰਹੇ ਸੀ। ਦਵਿੰਦਰ ਲੋਪੋਂ ਕਹਿ ਰਹੇ ਨੇ ਲੋੜ ਹੈ ਸ਼੍ਰੋਮਣੀ ਕਮੇਟੀ ਆਪਣੇ ਬਜਟ ਅਨੁਸਾਰ ਸਿੱਖਾਂ ਨੂੰ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ। ਜਿੰਨਾ ਵੱਧ ਧਿਆਨ ਨਹੀਂ ਦਿੱਤਾ ਗਿਆ ਤਾਂ ਹੀ ਲੋਕਾਂ ਦਾ ਵਿਸ਼ਵਾਸ ਚਲਾ ਗਿਆ, ਔਰ ਤਾਦੀ ਜੇ ਦੋਗੇ ਧਿਆਨ ਤੇ ਫਿਰ ਵਿਸ਼ਵਾਸ ਦੁਬਾਰਾ ਬਹਾਲ ਹੋਵੇਗਾ। ਦਲਜੀਤ ਸੰਧੂ ਕਹਿ ਰਹੇ ਨੇ ਗੁਰਦੁਆਰਾ ਪ੍ਰਬੰਧਕ ਇੱਕ ਜਗ੍ਹਾ ਤੋਂ ਚੱਲਣਾ ਚਾਹੀਦਾ ਕਿਉਂਕਿ ਧਰਮ ਦੀਆਂ ਹੱਦਾਂ ਸੀਮਿਤ ਕੀਤੀਆਂ ਹੁੰਦੀਆਂ ਹਨ। ਰਾਜਸੀ ਤੌਰ ਤੇ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦਾ ਹੈ ਕਿਉਂਕਿ ਰਾਜਸੀ ਹੱਦਾਂ ਸੀਮਿਤ ਨਹੀਂ ਹੁੰਦੀਆਂ। ਇਹ ਦਲਜੀਤ ਸੰਧੂ ਦਾ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਬੇਨਤੀ ਹੈ ਵੀ ਕੌਣ ਬੋਲ ਰਹੇ ਜੀ? ਫਾਰਮੂਲਾ ਮੈਂ ਜਸਪਾਲ ਸਿੰਘ ਬੋਲਦਾ ਜੀ। ਹਾਂਜੀ ਜਸਪਾਲ ਜੀ। ਬੇਨਤੀ ਹੈ ਵੀ ਪਹਿਲਾਂ ਸੱਚਰ ਫਾਰਮੂਲਾ ਬਣਿਆ ਸੀ ਉਦੋਂ ਆਪਾਂ ਪੰਜਾਬੀ ਲਈ ਹਰਿਆਣੇ ਵਿੱਚ ਨਾ 5ਵੀਂ ਜਮਾਤ ਤੱਕ ਬੱਚੇ ਨਾ ਪੰਜਾਬੀ ਪੜ੍ਹਦੇ ਹੁੰਦੇ ਸੀ ਜੀ ਜੀ। ਫਿਰ ਇਹਨਾਂ ਪੰਜਾਬੀ ਸੂਬੀ ਬਣਾ ਲਈ। ਸੂਬੀ ਬਣਾ ਕੇ ਇਹਨਾਂ ਨੇ ਬਹੁਤ ਨੁਕਸਾਨ। ਹੁਣ ਉਹ ਜਦੋਂ ਹਰਿਆਣਾ ਆਪਣੇ ਨੂੰ ਲੱਗ ਗਈ ਇਹਨਾਂ ਨੇ ਕਰ ਲਿਆ ਫਿਰ ਤਾਂ ਆਪਣਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਦੂਜੀ ਗੱਲ ਆ, ਮੈਂ ਬੇਨਤੀ ਕਰਦਾ ਬਈ ਇਹਨਾਂ ਨੇ ਅਕਾਲੀਆਂ ਨੇ ਜਿੰਨਾ ਨੁਕਸਾਨ ਸਾਡੇ ਧੀਆਂ ਭੈਣਾਂ ਦਾ ਜਾਂ ਜਵਾਕ ਮਰਵਾਏ ਆ, ਇਦੋਂ ਕੋਈ ਬੰਦਾ ਵੀ ਨਹੀਂ ਕਰਦਾ ਜਿਹੜਾ ਇਹਨਾਂ ਨੇ ਸਾਡੀ ਕੌਮ ਨਾਲ ਕਰਾਇਆ। ਇਹਨਾਂ ਨੇ ਕੀ ਖੱਟਿਆ ਵਾ ਪੰਜਾਬੀ ਸੂਬੀ ਲੈ ਕੇ। ਹੁਣ ਆ ਗੁਰਦੁਆਰਿਆਂ ਲਈ ਭੱਜੇ ਫਿਰਦੇ ਆ। ਗੁਰਦੁਆਰਾ ਤਾਂ ਚਲੋ ਸਾਡੇ ਤਾਂ ਸ਼੍ਰੋਮਣੀ ਕਮੇਟੀ ਦੇ ਥੱਲੇ ਨਹੀਂ, ਆਪਦੇ ਪਿੰਡ ਦੇ ਆ, ਤੇ ਇਹਨਾਂ ਤੋਂ ਬਚੋ। ਆਪਾਂ ਬੇਨਤੀ ਆ ਬਈ। ਥੈਂਕ ਯੂ ਜਸਪਾਲ ਜੀ, ਥੈਂਕ ਯੂ। ਤੁਹਾਡੇ ਵਿਚਾਰ ਬਿਲਕੁਲ ਸਾਂਝੇ ਹੋ ਗਏ, ਸਭ ਨੂੰ ਕਲੀਅਰ ਆ। ਮੀਨਵਾਈਲ ਮਿਸਕੀ ਗੁਪਤਾ ਕਹਿ ਰਹੇ ਨੇ ਹਰਦੀਪ ਸਿੰਘ ਸੋਢੀ ਸਾਹਿਬ ਨੂੰ ਮੈਨੂੰ ਪਤਾ ਨਹੀਂ ਸੀ ਕਿ 5ਵਾਂ ਤਖਤ 1966 ਹੋਂਦ ਵਿੱਚ ਆਇਆ ਹੈ, ਇਸ ਲਈ ਬਹੁਤ ਬਹੁਤ ਧੰਨਵਾਦ। ਮਿਸਕੀ ਗੁਪਤਾ ਦਾ ਵਿਚਾਰ ਹੈ। ਉਹ ਕਹਿੰਦੇ ਨੇ ਕਿ ਉਹਨਾਂ ਦੇ ਦਾਦਾ ਜੀ ਮੰਦਿਰ ਦੀ ਥਾਂ ਗੁਰਦੁਆਰਾ ਸਾਹਿਬ ਵਿੱਚ ਜਾਣ ਲਈ ਕਹਿੰਦੇ ਹੁੰਦੇ ਸਨ। ਮੀਨਵਾਈਲ ਦਰਸ਼ਨ ਧਾਲੀਵਾਲ ਨੇ ਦੱਸਿਆ ਵਾ ਕਿ ਸਰਦਾਰ ਕਪੂਰ ਸਿੰਘ ਜਦੋਂ ਬਲਦੇਵ ਸਿੰਘ ਨੂੰ ਮਿਲਣ ਵਾਸਤੇ ਗਏ ਸਨ, ਉਦੋਂ ਬਲਦੇਵ ਸਿੰਘ ਆਪਣੇ ਡੈਥ ਬੈੱਡ 'ਤੇ ਸੀ, ਅਤੇ ਬਲਦੇਵ ਸਿੰਘ ਨੇ ਕਿਹਾ ਕਿ ਜੋ ਸਿੱਖ ਸਟੇਟ ਨਾ ਮੰਗਣ ਦਾ ਜੋ ਉਹਨਾਂ ਨੇ ਗਲਤੀ ਕੀਤੀ ਉਹਦੇ ਵਾਸਤੇ ਉਹ ਮਾਫ ਨਹੀਂ ਹੋ ਸਕਦੇ। ਇਹ ਦਰਸ਼ਨ ਧਾਲੀਵਾਲ ਦਾ ਕਮੈਂਟ ਆ ਜਿਹੜਾ ਇਸ ਵੇਲੇ ਸਕਰੀਨ ਦੇ ਉੱਤੇ ਤੁਹਾਡੇ ਸ਼ੇਅਰ ਕੀਤਾ ਹੋਇਆ। ਪੁਰਾਣੀ ਹਿਸਟਰੀ ਦੀ ਗੱਲ ਕਰ ਰਹੇ ਆ, 1947 ਦੇ ਵਿੱਚ ਹੋਇਆ ਉਹਦੇ ਬਾਰੇ। ਮਨਜੀਤ ਸੁਰਖਾਂ ਤੇ ਹਰਦੀਪ ਸਿੰਘ ਸੋਢੀ ਦੇ ਵੀ ਤਾਜ਼ੇ ਕਮੈਂਟ ਤੁਸੀਂ ਦੇਖ ਸਕਦੇ। ਯੂ ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹੈਲੋ। ਹਾਂਜੀ ਭਾਈ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਅਜੀਤ ਸਿੰਘ ਸਰਾਂ ਬੋਲ ਰਿਹਾ ਜੀ। ਹਾਂਜੀ ਸਰਾਂ ਸਾਹਿਬ। ਹਾਂਜੀ ਹਾਂ, ਤੁਸੀਂ ਸੁਣ ਰਹੇ ਹੋ ਜੀ ਸੰਧੂ ਸਾਹਿਬ? ਬਿਲਕੁਲ ਬਿਲਕੁਲ, ਤੁਸੀਂ ਔਨ 에ਅਰ ਜੀ, ਆਪਣੀ ਗੱਲ ਸਾਂਝੀ ਕਰੋ। ਹਾਂਜੀ, ਮੈਂ ਇਹ ਕਹਿਣਾ ਬੇਨਤੀ ਕਰਦਾ, ਮੇਰੀ ਸੁਣ ਲਓ। ਤੁਸੀਂ ਬੋਲੀ ਜਾਂਦੇ ਆ। ਨਹੀਂ ਜੀ ਨਹੀਂ, ਮੈਂ ਨਹੀਂ ਬੋਲ ਰਿਹਾ। ਹਾਂਜੀ, ਮੈਂ ਅਜੀਤ ਸਿੰਘ ਬੋਲ ਰਿਹਾ ਜੀ। ਸਰਾਂ ਸਾਹਿਬ ਟੀਵੀ ਦਾ ਵੋਲਿਊਮ ਹੌਲੀ ਕਰ ਲਓ, ਤੁਹਾਡੀ ਗੱਲ ਹੀ ਸੁਣੀ ਜਾ ਰਹੀ ਆ। ਅੱਛਾ ਜੀ, ਮੈਂ ਇਹ ਕਹਿਣਾ ਚਾਹੁੰਦਾ, ਬੇਨਤੀ ਹੈ ਮੇਰੀ ਕਿ ਸੈਂਟਰਲ ਕਮੇਟੀ ਹੋਣੀ ਚਾਹੀਦੀ ਇੱਕ ਸਾਰਿਆਂ ਗੁਰਦੁਆਰਿਆਂ ਦੀ, ਸਾਰਿਆਂ ਸਟੇਟਾਂ ਦੀ। ਹਾਂਜੀ, ਪਰ ਉਹਦਾ ਕੰਟਰੋਲ ਹੋਵੇ ਇੱਥੇ। ਉਹ ਜਿਹੜੇ ਆਦਮੀ ਆ ਜਿਹੜੇ ਇੱਥੇ ਪ੍ਰਧਾਨ ਬਣਨ, ਉਹਨਾਂ ਦੇ ਉਹ 5 ਸਾਲ ਤੋਂ ਬਾਅਦ ਰਹਿ ਨਾ ਸਕਣ। ਉਦੋਂ ਬਾਅਦ ਦੂਸਰਾ ਆਦਮੀ ਆਉਣਾ ਚਾਹੀਦਾ, ਇੱਕੋ ਆਦਮੀ ਨਹੀਂ ਰਹਿਣਾ ਚਾਹੀਦਾ ਉੱਥੇ। ਔਰ ਉਹ ਜਿਹੜੇ ਬਣਨਗੇ ਉਹ ਪੋਲੀਟੀਕਲ ਨਹੀਂ ਹੋਣੇ ਚਾਹੀਦੇ, ਪੋਲੀਟਿਕਸ ਦੇ ਵਿੱਚ ਉਹਨਾਂ ਦਾ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ। ਉਹ ਸਿਰਫ ਸਿੱਖ ਧਰਮ ਦੇ ਬਾਰੇ ਸੋਚਣ, ਸਿੱਖ ਧਰਮ ਦੇ ਤਰੱਕੀ ਵਾਸਤੇ ਸੋਚਣ, ਸਿੱਖ ਧਰਮ ਦਾ ਕਿੰਨਾ ਗਾਹਾਂ ਫਾਇਦਾ ਹੋ ਸਕਦਾ, ਔਰ ਸਿੱਖਾਂ ਦੀ ਮਦਦ ਕਰਨ। ਜਿਹੜੇ ਗਰੀਬ ਸਿੱਖ ਆ ਉਹਨਾਂ ਦੀ ਵੀ ਸਾਰ ਲੈਣ ਪਿੰਡਾਂ ਦੇ ਵਿੱਚ ਜਾ ਕੇ, ਜਿਨ੍ਹਾਂ ਦੇ ਘਰ ਡਿੱਗ ਪਏ, ਇਕੱਲਾ ਆਦਮੀ ਹੈ ਨਹੀਂ ਗਾ, ਕੋਈ ਵੀ 2 ਬੁੜੀਆਂ ਹੈ, 3 ਬੱਚੇ ਉਹਨਾਂ ਦੇ, ਉਹਨਾਂ ਨੂੰ ਕੋਈ ਦੇਖਣ ਵਾਲਾ ਹੈ ਨਹੀਂ ਗਾ। ਔਰ ਉਹ ਦੂਸਰੇ ਧਰਮ ਦੇ ਆ ਕੇ ਉਹਨਾਂ ਨੂੰ ਕਹਿੰਦੇ ਕ੍ਰਿਸਚੀਅਨ ਬਣ ਜਾਓ, ਅਸੀਂ ਤੁਹਾਡਾ ਸਾਰਾ ਕੁਝ ਕਰ ਦਿੰਦੇ ਆ। ਇਹ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ, ਜਿਹੜੇ ਬਿਲਕੁਲ
ਪੋਲਿਟਿਕਸ ਦੇ ਵਿੱਚ ਹੱਥ ਨਾ ਹੋਵੇ ਇਹਨਾਂ ਦਾ ਕੋਈ ਵੀ, ਔਰ ਨਾ ਜਿਹੜਾ ਪ੍ਰੈਜ਼ੀਡੈਂਟ ਬਣਦਾ 5 ਸਾਲ ਵਾਸਤੇ ਉਹ ਕਿਸੇ ਦੀ ਜੇਬ ਚੋਂ ਨਾ ਨਿਕਲੇ, ਹਮੇਸ਼ਾ ਇਲੈਕਸ਼ਨ ਹੋਵੇ ਕਮੇਟੀ ਦਾ। ਔਰ ਜੇ ਸਿੱਖ ਧਰਮ ਦੇ ਅਸੂਲਾਂ ਦੇ ਹਿਸਾਬ ਨਾਲ ਚੱਲਣ, ਸਾਰੇ ਧਰਮ ਸਾਰੇ ਇਹ ਅੰਮ੍ਰਿਤਧਾਰੀ ਹੋਣ ਸਿੱਖ। ਇਹ ਵੀ ਨਹੀਂ ਹੈ ਕਿ ਐਵੇਂ ਸਾਲਦਾ ਇਹ ਬਾਦਲ ਵਰਗਿਆਂ ਨੂੰ ਬਣਾ ਦਿਓ ਜਿਹੜੇ ਕੱਛੇ ਪਾਉਣ ਵਾਲੇ ਆ। ਮਿਹਰਬਾਨੀ, ਥੈਂਕ ਯੂ ਸਰਾਂ ਸਾਹਿਬ। ਮੀਨਵਾਈਲ ਮਨਜੀਤ ਸੁਰਖਾ ਕਹਿ ਰਹੇ ਨੇ ਹਰ ਇੱਕ ਸਟੇਟ ਦੀ ਕਮੇਟੀ ਹੋਵੇ, ਇੱਕ ਗੱਲ ਚੰਗੀ ਹੋਵੇਗੀ, ਹਰ ਇੱਕ ਕਮੇਟੀ ਆਪਣਾ ਕੰਮ ਕਰੇਗੀ। ਹਰਦੀਪ ਸਿੰਘ ਸੋਢੀ ਨੇ ਕੋਈ ਕਮੈਂਟ ਕੀਤਾ। ਹਰਦੀਪ ਸਿੰਘ ਸੋਢੀ ਸਾਹਿਬ ਬੜੇ ਤੁਸੀਂ ਸੁਲਝੇ ਆਦਮੀ ਜੇ, ਕਿਸੇ ਬਾਰੇ ਆਪਾਂ ਕਿੰਨੀ ਮਾੜੀ ਗੱਲ ਕਿਉਂ ਸ਼ਬਦਾਵਲੀ ਵਰਤਣੀ, ਕਿਸੇ ਦਾ ਨਾਂ ਬਦਲ ਦੇਣਾ। ਦੇਖੋ ਆਪਾਂ ਨਾ ਆਪਣੀ ਗੱਲ ਕਹੀਏ, ਕਿਸੇ ਦੀ ਆਲੋਚਨਾ ਕਰਨੀ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ। ਮੇਰੀ ਗੁਜ਼ਾਰਿਸ਼ ਆ, ਤੁਸੀਂ ਬਹੁਤ ਸਿਆਣੇ ਜੇ, ਮੈਨੂੰ ਬੁਰਾ ਲੱਗਾ ਤੁਸੀਂ ਇੱਦਾਂ ਦੇ ਕਮੈਂਟ ਜਿਹੜੇ ਫੇਸਬੁੱਕ 'ਤੇ ਪਾ ਰਹੇ ਜੇ। ਸੋਸ਼ਲ ਮੀਡੀਆ ਨੂੰ ਆਪਾਂ ਕਿਸੇ ਨੂੰ ਭੰਡਣ ਵਾਸਤੇ, ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ, ਕਿਸੇ ਦਾ ਨਾਂ ਬਦਲਣ ਵਾਸਤੇ ਨਹੀਂ ਆਪਾਂ ਇਸਤੇਮਾਲ ਕਰਦੇ। ਆਪਣੀ ਗੱਲ ਕਹੀਏ, ਗੱਲ ਖਤਮ ਹੋ ਗਈ। ਮੀਨਵਾਈਲ ਵੈਦ ਠੰਡੂ ਰਾਮ ਸਰਪੰਚ ਕਹਿ ਰਹੇ ਨੇ ਸਿੱਖਲੀ ਘਰ ਸਿੱਖ ਪਰਿਵਾਰਾਂ ਦੀ ਸ਼੍ਰੋਮਣੀ ਕਮੇਟੀ ਨੇ ਕੋਈ ਸਾਰ ਨਹੀਂ ਲਈ। ਮੀਨਵਾਈਲ ਹੋਰ ਵੀ ਕਮੈਂਟ ਆ ਰਹੇ ਨੇ, ਪਰ ਮੇਰੀ ਗੁਜ਼ਾਰਿਸ਼ ਆ ਕਿ ਆਪਾਂ ਇਹਨੂੰ ਜਿਹੜੀ ਬਹਿਸ ਆ ਉਹਨੂੰ ਇੱਕ ਸਿਵਲ ਤਰੀਕੇ ਨਾਲ ਹੀ ਕਰਨ ਦੀ ਕੋਸ਼ਿਸ਼ ਕਰੀਏ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਲਾਸਟ ਕਾਲ ਲੈ ਕੇ ਪ੍ਰੋਗਰਾਮ ਦੀ ਸਮਾਪਤੀ ਕਰਦਾ। ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਨਿਰਮਲ ਸਿੰਘ ਬੋਲ ਰਿਹਾ ਜੀ। ਹਾਂਜੀ ਨਿਰਮਲ ਸਿੰਘ ਜੀ। ਸਰ ਜੀ, ਇਹਦੇ ਵਿੱਚ ਜਿੱਥੋਂ ਹੈ ਤੱਕ ਹੈਗਾ ਨਾ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਹੁਣ ਆਪਾਂ ਦੇਖੀਏ ਤੇ ਈਸਾਈ ਧਰਮ ਦੇ ਵਿੱਚ ਜਿਹੜਾ ਪੋਪ ਹੈ ਦੇ ਉਹ ਸਾਰੇ ਦੇਸ਼ਾਂ ਦੇ ਵਿੱਚ ਤਾਂ ਹੈ ਨਹੀਂ ਗਾ, ਉਹ ਤਾਂ ਇੱਕੋ ਦੇਸ਼ ਤੇ ਬੰਦਾ ਹੈਗਾ। ਸਾਰੇ ਦੇਸ਼ਾਂ ਦੇ ਵਿੱਚ ਈਸਾਈ ਧਰਮ ਹੈ, ਪਰ ਉਹਦਾ ਜਿਹੜੀਆਂ ਇੰਸਟਰਕਸ਼ਨਸ ਨੇ ਇਸ ਧਰਮ ਨੂੰ ਫੈਲਾਉਣ ਲਈ ਉਹਦੀਆਂ ਸਾਰੀਆਂ ਮੰਨੀਆਂ ਜਾਂਦੀਆਂ ਨੇ। ਸਾਡੇ ਜਿਹੜਾ ਹੈਗਾ ਜਥੇਦਾਰ ਸਾਹਿਬ ਦਾ ਸਨਮਾਨ ਅਹੁਦੇ ਦਾ ਅਸੀਂ ਪਿਛਲੇ ਸਾਲਾਂ ਦੇ ਵਿੱਚ ਇੰਨਾ ਕੁ ਗਿਰਾ ਦਿੱਤਾ ਹੈ ਕਿ ਅੱਜ ਬਹੁਤ ਸਾਰੇ ਲੋਕ ਉਹ ਗੱਲ ਸੁਣਨ ਨੂੰ ਤਿਆਰ ਨਹੀਂ। ਅਸੀਂ ਗਿਰਾਤਾ ਜਾਂ ਉਹਨਾਂ ਨੇ ਆਪ ਹੀ ਗਿਰਾ ਲਿਆ ਜੀ? ਕਈ ਵਿਵਾਦਾਂ 'ਚ ਜਿਹਨਾਂ 'ਚ ਪੈਣਾ ਹੀ ਨਹੀਂ ਚਾਹੀਦਾ ਉਹ ਵਿਵਾਦਾਂ ਦੇ ਪੈ ਜਾਂਦੇ ਆ। ਉਹ ਕਿੰਨੇ ਗਿਰਾਇਆ ਸਰ ਜੀ? ਉਹਨਾਂ ਨੇ ਤਾਂ ਆਪਣੇ ਹੁਣ ਜਿਹੜਾ ਆਕਾ ਹੈ ਉਸੇ ਦਾ ਗੱਲ ਮੰਨਣੀ ਹੈ। ਜਦ ਬੁਲਾ ਕੇ ਕਿਹਾ ਜਾਂਦਾ ਵੀ ਆਹ ਆਰਡਰ ਕਰੋ ਜੀ, ਆਹ ਸਾਈਨ ਕਰੋ, ਪਿਛਲੇ ਉਹ ਮਾਫੀ ਵਾਲੇ ਕੇਸ ਦੇ ਵਿੱਚ ਕੀ ਕੁਝ ਹੋਇਆ? ਉਹਨਾਂ ਦੀ ਇਹਦਾ ਮਤਲਬ ਹੈ ਜਿਹੜੀ ਜਥੇਦਾਰ ਦੀ ਨਿਯੁਕਤੀ, ਜਥੇਦਾਰ ਦਾ ਰੋਲ, ਉਹਦਾ ਭੂਮਿਕਾ, ਉਹਦੇ ਬਾਰੇ ਮੇਰੇ ਖਿਆਲ ਵਿਚਾਰ ਕਰਨ ਦੀ ਲੋੜ ਹੈ। ਬਹੁਤ ਧੰਨਵਾਦ ਨਿਰਮਲ ਸਿੰਘ ਜੀ। ਸੌਰੀ ਮੈਂ ਤੁਹਾਡੀ ਪੂਰੀ ਗੱਲ ਨਹੀਂ ਸੁਣ ਸਕਦਾ ਕਿਉਂਕਿ ਹੁਣ ਸਮਾਂ ਖਤਮ ਹੋ ਗਿਆ ਵਾ। ਆਪਾਂ ਇਹ ਕਿਸੇ ਦਿਨ ਫਿਰ ਦੁਬਾਰਾ ਮਸਲਾ ਲੈ ਕੇ ਆਊਂਗਾ। ਮੈਨੂੰ ਪਤਾ ਵਾ ਬਹੁਤ ਸਾਰੇ ਲੋਕਾਂ ਦੀ ਗੱਲ ਪੂਰੀ ਵੀ ਨਹੀਂ ਹੋਈ, ਆ ਵੀ ਨਹੀਂ ਸਕੀ, ਕਈ ਕਾਲਰ ਹਾਲੇ ਵੀ ਹੋਲਡ 'ਤੇ ਨੇ। ਸੋ ਇਹ ਮਸਲਾ ਮੈਂ ਵੱਖਰੇ ਤਰੀਕੇ ਨਾਲ ਕਿਸੇ ਦਿਨ ਫਿਰ ਲੈ ਕੇ ਆਊਂਗਾ। ਹੁਣ ਕਿਉਂਕਿ ਸਮਾਂ ਖਤਮ ਹੋ ਗਿਆ, ਸੋ ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਲੈ ਰਿਹਾ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰਾਖਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।